भाई नहीं फसल इस सिपाही को लेके जा रहे और मुगल सरकार अपना कर वसूल कर रही है और की किस चीज का कर पाओ और छोटे वीर सरकार किसाना पासों हरेक फसल का 20% हिस्सा कर वसूल करती है ते सारे किसानों ਨੂੰ ਦੇਣਾ ਪੈਂਦਾ ओए वो ते मैं पूछण दिया पाऊ कि किस चीज का कर लेती है मुगल सरकार और ਇਹਨਾਂ ਜ਼ਮੀਨਾਂ ਤੇ ਫਸਲ ਉਗਾਉਣ ਦਾ ਕਰ कड़क ਦੀਆਂ ਧੁੱਪਾਂ ਵਰਦੇ ਬਦਲਾਂ ਤੇ ਹੱਡ ਖਾਰ ਦੀ ਸਰਦੀ ਵਿੱਚ ਹਲ ਅਸੀਂ ਚਲਾਈ ਫਸਲਾਂ ਦੀ ਰਾਖੀ ਅਸੀਂ ਕਰੀ ਤੇ ਜਦੋਂ ਫਸਲ ਪੱਕ ਜਾਏ ਤਾਂ ਸਰਕਾਰ ਦਾ ਕਰ मैं पूछता किस चीज का कर और है कि किसान दे कोल हट पन्नवी मेहनत के बावजूद भी सिर ते कर्जे दी फंड घर विच पाके जदों प्रार ਨੂੰ ਸਾਰੀ ਫਸਲ ਸੋਕੇ ਨੇ ਮਾਰ ਲਈ ਉਦੋਂ ਕਿਹੜੀ ਸਰਕਾਰ ਨੇ ਦਾਣੇ ਦਿੱਤੇ ਸਨ ਆ ਨਿਆਣੇ ਦੇ ਢਿੱਡ ਭਰਨ ਲਈ ਹੁਣ ਜਦੋਂ ਫਸਲ ਚੰਗੀ ਹੋ ਗਈ ਤਾਂ ਸਰਕਾਰ ਦਾ ਕਰ ਮੈਨੂੰ ਇਹ ਮਨਜ਼ੂਰ ਨਹੀਂ ਉਹ ਅਸੀਂ ਇਕੱਲੇ ਨਹੀਂ ਸਾਰੇ ਮੁਲਕ ਦੇ ਕਿਸਾਨ ਦਿੰਦੇ ਜੀ ਅੱਗੇ ਤੋਂ ਅਸੀਂ ਨਹੀਂ ਦੇਾਂਗੇ ਕਿਉਂ ਚਲੀਆਂ ਮਾਰੀਆਂ ਨਾ ਹੋਗੇ ਸਿਆਂ ਜੇ ਸਰਕਾਰ ਨੂੰ ਕਰਨੀ ਦੇਾਂਗੇ ਤਾਂ ਹਲ ਕਿਵੇਂ ਚਲਾਓਗੇ ਤੇ ਜੇ ਹਲ ਨਾ ਚਲਾਇਆ ਤਾਂ ਸਾਰੇ ਟੱਬਰ ਨੂੰ ਭੁੱਖਾ ਮਰਨਾ ਪਊ ਓਏ ਅੱਗੇ ਕਿਹੜਾ ਮਾਲ ਪੂਰੇ ਖਾਂਦੇ ਹੋ ਆ 20% ਮੁਗਲ ਸਰਕਾਰ ਲੈ ਗਈ ਬਾਕੀ ਦੀ ਬਚੀ ਵਿੱਚੋਂ ਅੱਧੀ ਜ਼ਿਮੀਂਦਾਰ ਦੇ ਚਮਚੇ ਲੱਗ ਕੇ ਲੈ ਜਾਣਗੇ ਤੇ ਉਸ ਵਿੱਚੋਂ ਜੋ ਬਚਿਆ ਉਸ ਉੱਤੇ ਪਿੰਡ ਦਾ ਸ਼ਾਹੂਕਾਰ ਕਰਦਾ ਇਹ ਬਿੱਲ ਬਣਾਉਣ ਲੱਗ ਪਊਗਾ ਉਸ ਤੋਂ ਬਾਅਦ ਜੇ ਕੁਝ ਬਚਿਆ ਤਾਂ ਕੱਚ ਰੋਟੀ ਪੱਕੇਗੀ ਨਹੀਂ ਤੇ ਗੱਲ ਤਾਂ ਤੂੰ ਠੀਕ ਕਰਦਾ ਹੈ ਮੁਕੇਸ਼ ਸਿਆਂ ਪਰ ਸਦੀਆਂ ਤੋਂ ਇਹੋ ਦਸਤੂਰ ਚੱਲਦਾ ਆ ਰਿਹਾ ਅੱਜ ਕੋਈ ਨਵਾਂ ਕਰ ਤਾਂ ਨਹੀਂ ਦੇਣ ਲੱਗੇ दस्तूर नहीं जुल्म आखो जुल्म पर मैं और जुल्म सहन नहीं कर सकता मैं अगे तो अपने खून पसीने नाल उगाई फसल दा एक दाना भी सरकार ਨੂੰ नहीं देण दियागा ਉਹ ਤੂੰ ਝੱਲਾ ਹੋ ਗਿਆ हां मैं चला हो गया ਓਏ ਅਗਲੇ ਜਦੋਂ ਆ ਗਏ ਘੋੜਿਆਂ ਤੇ ਚੜ ਕੇ ਬੇਦਖਲ ਕਰ ਲਈ ਤਾਂ ਅਸੀਂ ਕਦੇ ਕੀ ਕਰਾਂਗੇ ਸਰਕਾਰ ਦਾ शायद ਤੁਹਾਨੂੰ याद नहीं कि दसम पिता साहिब श्री गुरु गोबिंद सिंह जी ने भी इकल्लिया ही जुल्म दा बीज नाश करन दा पीड़ा चुकिया सी कि जो तारिया सी वो करके भी दिखाया सी उदों उन्हां नाल कोई तनाट जिम्मेदार या राजे नहीं खलोते सन सगों साडे वर्गे तुहाडे वर्गे मजलूम निमाणे दे जुल्म दे बनने हुए गरीब ते हत्थी किरत करन वाले किरती ही खलोते सन कि उन्हां दबे कुचले लोकां अंदर दसम बादशाह ने अथा शक्ति पर दी ते अंत ओह चिड़ियां बासां पर चपट गईयां याद है भरावा सब कुछ चंगी तरह याद है पर तैਨੂੰ भी ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੇਵਲ ਹਲ ਵਾਹਕਾਂ ਇਸ ਜ਼ਮੀਨ ਦੇ ਮਾਲਕ ਨਹੀਂ ਅਗਲੇ ਜਦੋਂ ਚਾਹਣ ਧੱਕੇ ਮਾਰ ਕੇ ਬਾਹਰ ਕੱਢ ਸਕਦੇ ਹਾਂ आओ जी मैं निक्के ਹੁੰਦਿਆਂ ਤੋਂ ਤੁਹਾਤੋਂ ਬਾਪੂ ਜੀ ਪਾਸੋਂ ਗਾਥਾ ਸੁਣਦਾ ਆਇਆ ਕਿ ਅੱਜ ਤੁਸੀਂ ਖੁਦ ਹੀ ਉਸ ਗਾਥਾ ਨੂੰ ਭੁੱਲ ਗਏ ਹੋ ਕਿਹੜੀ ਗਾਥਾ ਉਹ ਗਾਥਾ महाबली सूरबीर बाबा बंदा सिंह बहादुर दी गाथा ਤੁਸੀਂ ਆਪ ਤੇ ਸੁਣਾਉਂਦੇ ਹੁੰਦੇ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਬਚਾਉਣ ਤੋਂ ਬਾਅਦ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕਰਕੇ ਹਰ ਵਾਕਾ ਨੂੰ ਜ਼ਮੀਨਾਂ ਦਾ ਮਾਲਕ ਬਣਾ ਦਿੱਤਾ ਤੇ ਉਹਨਾਂ 4 ਸਾਲਾਂ ਵਿੱਚ ਕਿਸਾਨਾਂ ਦੇ ਕਾਰੋਬਾਰ ਦਾਣਿਆਂ ਨਾਲ ਨਕੋ ਨਕ ਪਾ ਗਏ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਸੀ कि खून पसीने नाल उगाई फसल किसानां ने किसी जालिम ਨੂੰ ऐश ਕਰਨ ਲਈ ਨਹੀਂ ਸੀ ਦਿੱਤੀ ਉਦੋਂ ਪਹਿਲੀ ਵਾਰੀ ਕਿਰਤੀਆਂ ਦੇ ਘਰਾਂ ਵਿੱਚ ਵੀ ਖੁਸ਼ੀਆਂ ਨੇ ਕਹਿਰ ਪਾਇਆ ਸੀ ਪਹਿਲੀ ਵਾਰੀ ਕਿਸਾਨਾਂ ਦੇ ਸਿਰੋਂ ਕਰਜ਼ੇ ਦੀਆਂ ਪੰਡਾਂ ਲੱਥੀਆਂ ਸਨ ਤੇ ਪਹਿਲੀ ਵਾਰੀ ਕਿਸਾਨ ਦੇ ਘਰੋਂ ਭੁੱਖ ਤੇ ਦਲਿੱਦਰਤਾ ਦੂਰ ਭੱਜੀ ਸੀ ਬਾਉ ਜੇ ਉਦੋਂ ਇਹ ਹੋ ਸਕਿਆ ਤੇ ਹੁਣ ਕਿਉਂ ਨਹੀਂ ਹੋ ਸਕਦਾ ਵੇਖ ਵੀਰਾ ਆਪਾਂ ਕਿਸਾਨ ਤੇ ਖੇਤੀ ਕਰਦੇ ਚੰਗੇ ਲੱਗਦੇ ਹਾਂ तो ਸਾਨੂੰ ਉਪਦੇਸ਼ ਦੇਣਾ ਬੰਦ ਕਰ ਪਰ ਜੇ ਤੇਰੀ ਇਹੀ ਮਰਜ਼ੀ ਹੈ ਤਾਂ ਤੈਨੂੰ ਖੁੱਲੀ ਛੁੱਟੀ ਹੈ ਜਿਹੜੀ ਫੌਜ ਚ ਮਰਜ਼ੀ ਹੈ ਚਲਾ ਜਾ ਅਸੀਂ ਖੇਤੀ ਕਰਕੇ ਬੱਚੇ ਪਾਲਣੇ ਨੇ ਤੇਰੇ ਮਗਰ ਲੱਗ ਕੇ ਪੰਗੇ ਲੈਣ ਲੱਗ ਪਏ ਤਾਂ ਬਾਲ ਬੱਚਾ ਤਾਂ ਭੁੱਖਾ ਮਰੂ ਹੀ ਉਪਰੋਂ ਕੋਲੂ ਚ ਪੀੜਿਆ ਜਾਊ ਸੁਆ ਚੰਗਾ ਫਿਰ ਤੁਸੀਂ ਸੰਭਾਲੋ ਆਪਣੇ ਬਾਲ ਬੱਚੇ ਤੇ ਮੈਂ ਚੱਲਿਆ ਮੇਰਾ ਕਲਗੀਆਂ ਵਾਲਾ ਮੇਰੇ ਅੰਗ ਸੰਗ ਹੈ इस जन्म विच जे मुड़ कदे मेल ना भी होवे तां इन्ना जरूर याद रखना कि बघेल सिंह जदों तक जिउंदा रहेगा अणख नाल जिएगा
ਤੇ ਕਦੇ ਕਿਸੇ ਦੀ ਈਦ ਨਹੀਂ ਮੰਨੇਗਾ। ਜਿਸ ਦਿਨ ਅਣਖ ਮਰ ਗਈ ਉਸ ਦਿਨ ਬਘੇਲ ਸਿੰਘ ਵੀ ਮੁੱਕ ਗਿਆ ਸਮਝੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਮ ਪਾਤਸ਼ਾਹ ਦੇ ਦਰਸਾਏ ਮਾਰਗ ਤੇ ਚੱਲਦੇ ਹਾਂ। ਜ਼ੁਲਮ ਦੇ ਨਾਸ਼ ਲਈ ਤੇ ਹੱਕਾਂ ਦੀ ਰਾਖੀ ਲਈ ਮੈਂ ਆਪਣਾ ਆਪ ਗੁਰੂ ਪੰਥ ਨੂੰ ਸੌਂਪਦਾ। ਸ਼ਾਬਾਸ਼ ਏ ਤੇਰੇ ਪੁੱਤਰਾ, ਤੂੰ ਦਲ ਖਾਲਸਾ ਦੀ ਫੌਜ ਵਿੱਚ ਭਰਤੀ ਹੋ ਕੇ ਸਿੱਖ ਵੀਰ ਪਰੰਪਰਾ ਨੂੰ ਅਪਣਾਇਆ। ਸਿਰਫ ਅਪਣਾਇਆ ਹੀ ਨਹੀਂ ਪਰ ਨਾਲ ਆਏ ਜਥੇਦਾਰ ਕਰਮ ਸਿੰਘ ਜੀ। ਖਾਲਸਾ ਫੌਜ ਦੀਆਂ ਪਰੰਪਰਾਵਾਂ ਨੂੰ ਪ੍ਰਣਾਵਾ ਮਤਲਬ ਨੰਗੇ ਪੈਰੀ ਜ਼ੁਲਮਾਂ ਤੇ ਚੱਲਣ ਤੋਂ ਵੀ ਔਖਾ ਕਾਰਜ ਹੈ। ਕੀ ਚੱਲ ਸਕੇਗਾ? ਮੇਰੇ ਅੰਦਰ ਭਾਂਬੜ ਮਚਿਆ ਪਿਆ ਜਥੇਦਾਰ ਜੀ। ਨਾੜਾਂ ਚ ਲਹੂ ਕੁਹਾਰੇ ਮਾਰ ਕੇ ਨਿਕਲਣ ਨੂੰ ਉਬਾਲੇ ਪਿਆ ਮਾਰਦਾ। ਤੇਰਾ ਜੋਸ਼ ਤਾਰੀਫ ਦੇ ਕਾਬਿਲ ਹੈ ਨੌਜਵਾਨ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ, ਖਾਲਸਾ ਜੀਵਨ ਜਿਉਣ ਲਈ ਅਕਲੇ ਜੋਸ਼ ਦੀ ਨਹੀਂ ਸਗੋਂ ਹੋਸ਼, ਸਿਆਣਪ ਤੇ ਗੁਰੂ ਸਿਧਾਂਤਾਂ ਦੀ ਸਮਝ ਦੀ ਲੋੜ ਪੈਂਦੀ ਹੈ। ਵੇੜਾ ਆਉਣ ਦਿਓ ਜਥੇਦਾਰ ਜੀ। ਸਿੰਘ ਸਜਿਆ ਤਾਂ ਖਾਲਸੇ ਦੀ ਲਾਜ ਵੀ ਰੱਖਣੀ ਆਉਂਦੀ ਹੈ। ਜੇ ਦਸਮ ਪਿਤਾ ਦੇ ਬਖਸ਼ੇ ਸ਼ਸਤਰ ਧਾਰਨ ਕੀਤੇ ਨੇ ਤਾਂ ਧਰਮ ਦੀ ਰੱਖਿਆ ਲਈ ਇਹਨਾਂ ਸ਼ਸਤਰਾਂ ਦੀ ਵਰਤੋਂ ਕਰਨੀ ਵੀ ਆਉਂਦੀ ਹੈ।
गुरबाणी के शब्द सदा मेरे लिए राह बसेरा। जे तो प्रेम खेलन का चाओ सिर तर तली गली मुरियाओ। सबर कर नौजवाना, सबर कर। तेरे जोश और जज्बे की पर छेती होने वाली है। तेरी तेग की प्यास छेती ही जानना दे खून ना बुझावांगे। ऐ मुशिया उदाली फेर आ रहे हैं खालसे की कप्तान का भजा चला आ लैन दो जथेदार जी, जम जम आ लैन दो। खालसाई रो अके टिक नहीं सकेगा हो। शाबाश पुत्रा शाबाश। इस जोश को किसी तरह बनाते रहो। अब ताली दे स्वागत वेले बड़ी लोड़ होगी। सिंह जी, भगत सिंह को लेके जाओ, जंगी अभ्यास में। चंगा जथेदार जी, हुण आ गया। वाहिगुरु जी का खालसा, वाहिगुरु जी की फतेह। करोड़ सिंगा इस नौजवान पर वाहिगुरु की बड़ी मेहनत है। जिन्ना जोश है उन्ना सियाना भी है। हाँ जथेदार जी, इसका जोश ते सियाणप इसकी पहचान बन गई थी। ते इसके जोश के नाल नाल गुरबाणी तेज प्रताप भी इस दी अखां विचों ढलका मार। वाहिगुरु अपने कार्य पूरे कर ਲਈ ਚੰਗੀਆਂ ਰੂਹਾਂ ਆਪੇ ਦਿੰਦਾ ਹੈ। क्या मुसीबत आन पई है। एडी बड़ी फौज कोलो ओ मुट्ठी पर सिख सारा माल असबाब खो के ले गए। 2200 खूबसूरत जवान औरतां नु छुड़ा के ले गए। किसान के मिला के कुछ नहीं कर सके। गुस्ताखी माफ हजूर। सिखा का इस तरह बार-बार रास्ता रोकना साडे लिए बड़ी समस्या बन चुका है। हिंदुस्तान की सरजमीन ते पैर धरदे ही ये बदबख्त आन मथा लाते हैं। फिर मुल्तान तो लेकर दिल्ली तक सारे इलाके ऊपर इन्हां दा दबदबा कायम हो चुका है। ऐसी सूरत में हजूर और दिल्ली तक हासिल करना नामुमकिन लग रहा है जनाब। समझ नहीं आता कि ये लोग किस मिट्टी के बने कोई नहीं। हाँ शहंशाह आलम एक नवाहत सिख पता नहीं किस घाट का पानी पीते। कदी कदी तो मैं सोचता कि इन्हां वर्गे चंद को लड़ाके जेकर हजूर की खिदमत में होंदे तां दिल्ली तक ही पूरी दुनिया सर की जा सकती थी। ਅਸੀਂ खुद भी हैरान हाँ। इन्हां कमबख्तां ਨੂੰ ਵੇਖ के बचपन विच नानी जान दा सुनाया किस्सा याद आ जाता है। उस राक्षस दा किस्सा जिस ਨੂੰ अल्लाह ताला पासों बख्शीश होई सी कि जिस थां उसदा लहू डिगेगा लहू दे एक एक कतरे विचों कई कई और राक्षस पैदा हो जाएंगे। वजह फरमाया जनाब ना देख पिछली बार असा इन्हां सिखां दे कत्लो गायब एहो सोच के कीती सी कि हुण अगे कोई लोग कदे भी सिर चुकन की हिमाकत नहीं करेंगे बल्कि अपना वजूद की गवाह बैठेंगे। तो लखी जंगल तक लाशा दे जो अंबार लगाए सन। खास तौर ते इन्हां दी औरतां ते बच्चियां दे कत्लो गायब जान बूझ के कीती गई सी तां जो सिखां दा पूरा कोश ही मिटा दिता जावे। इस कौम दा बीज नाश करन दे मंसूबे नाल ही ਅਸੀਂ ਉਹ ਕਤਲ ਕੀਤੇ ਸਨ। मगर अफसोस अफसोस ये सिख दे और भी तगड़े हो गए
ਸਾਡੇ ਨਾਲ ਲੋਹਾ ਲੈਣ ਲੱਗ ਪਏ ਨੇ। ਇੰਜ ਮਹਿਸੂਸ ਹੁੰਦਾ ਹੈ ਕਿ ਇਹ ਸਾਰੇ ਉਸ ਕਤਲੋਗਾਰ ਵਿੱਚ ਡੁੱਲੇ ਲਹੂ ਚੋਂ ਖੂਨ ਸਵਾਏ ਹੋ ਕੇ ਪੈਦਾ ਹੋ ਗਏ ਨੇ। ਉਫ, ਸਮਝ ਨਹੀਂ ਆ ਰਿਹਾ ਕਿ ਇਹਨਾਂ ਮਰਦੂਦਾਂ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ। ਇਸ ਤਰ੍ਹਾਂ हाँ आलमपरा, ये तो सचमुच ही एक फिक्र का मुकाम है। जिस अहमद शाह अब्दाली के मुगल मरहटे के कबीले कोटे टेक चुके ने, उस अहमद शाह अब्दाली ने हिंदुस्तान का तख्त हासिल करने के सुपने इन्हां मुट्ठी पर सिखा ने चूर चूर कर छटे ने। पता करो इन्हां की ताकत की है इन्हां की खुराक की ठिकाना है इन्हां दा। पता करो जहां पना इन्हां दी ताकत है, इन्हां दे पीर दी मेहर, इन्हां दा सिदक, इन्हां दी बहादुरी। आखदे भी शर्म आउंदी है जनाब कि ओह कौम जो मुगलां, अफगानां ਅਤੇ ਦੁਰਾਨੀਆਂ ਦੇ ਘੋੜਿਆਂ ਦੀ ਥਾਪ ਸੁਣਦਿਆਂ ਹੀ ਜਾਨ ਬਚਾਉਣ ਲਈ ਜੰਗਲਾਂ ਵਿੱਚ ਜਾ ਲੁਕਦੀ ਸੀ, ਝਿਰੀਆਂ ਵਿੱਚ ਜਾ ਵੜਦੀ ਸੀ, ਜਿਨ੍ਹਾਂ ਦਾ ਨਾ ਕੋਈ ਘਰ ਸੀ ਤੇ ਨਾ ਕੋਈ ਠਿਕਾਣਾ। ਘੋੜਿਆਂ ਦੀ ਕਾਠੀਆਂ ਤੇ ਰਹਿਣ ਬਸੇਰਾ ਕਰਕੇ ਅਤੇ ਖੁਰਾਕ ਦੇ ਨਾਮ ਤੇ ਸਿਰਫ ਕੁਝ ਛੋਲੇ ਖਾ ਕੇ ਗੁਜ਼ਾਰਾ ਕਰਦੀ ਸੀ। ਅੱਜ ਉਹ ਕੌਮ ਆਜ਼ਾਦ, ਦਲੇਰ ਅਤੇ ਸੰਗਠਿਤ ਕੌਮ ਬਣ ਕੇ ਸਾਡੇ ਰਾਹ ਰੋਕੀ ਖੜੀ ਹੈ। हजूर का एक बात बुलंद, शहनशाह पटियाला के महाराजा अमर सिंह हाजिर होने की इजाजत मांग रहे। इस आफत को जान छुड़ाउण दी कोई तरकीब है तेरे को? तरकीब तो है हजूर। की आराम बना अमर सिंह सिखा दा बिरादर है। जे हजूर ਵੱਲੋਂ ਇਸ ਨੂੰ ਸਿੱਖਾਂ ਨਾਲ ਸੁਲਹ ਕਰਵਾਉਣ ਲਈ ਮੁਕਰਰ ਕੀਤਾ ਜਾਵੇ ਤਾਂ ਸ਼ਾਇਦ ਇਸ ਆਫਤ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ। ਅਸੀਂ ਖੁਦ ਵੀ ਇਹੋ ਸੋਚ ਰਹੇ ਸਾਂ। ਉਸਮਾਨ ਦੇ ਬਾਦਸ਼ਾਹ ਦਾ ਇਕਬਾਲ ਬੁਲੰਦ ਹਜ਼ੂਰ ਦੀ ਖਿਦਮਤ ਵਿੱਚ ਨਜ਼ਰਾਨਾ ਭੇਟ ਕਰਨ ਲਈ ਹਾਜ਼ਰ ਹੋਇਆ ਸੀ। गुस्ताखी माफ हजूर, जनाब के मिजाज खुशगवार नहीं दिखाई दे रहे। नाचीज तो कोई पुख्ता नहीं हो गई हजूर। अमर सिंह, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੂੰ ਸਾਡੀ ਸਰਪ੍ਰਸਤੀ ਕਬੂਲ ਕਰਕੇ ਕੋਈ ਗਲਤੀ ਤਾਂ ਨਹੀਂ ਕੀਤੀ। गलती? कैसी गलती जनाब? वो हुजूर अपना तो इको ही उसूल है कि जिस दे बराबर खड़े ना हो सकते होइए उस दी अधीनगी सरकार कर लेने ਵਿੱਚ ਹੀ ਸਮਝਦਾਰੀ ਹੁੰਦੀ ਹੈ। ਫਿਰ ਮੈਂ ਇਹ ਵੀ ਕਿਵੇਂ ਭੁੱਲ ਸਕਦਾ ਕਿ ਹਜ਼ੂਰ ਦੀ ਖਿਦਮਤ ਕਬੂਲ ਕਰਕੇ ਹੀ ਤਾਂ ਮੈਨੂੰ ਪਟਿਆਲੇ ਦੀ ਰਿਆਸਤ ਮਿਲੀ ਤੇ ਨਾਲੇ ਮਹਾਰਾਜ ਦਾ ਖਿਤਾਬ। ਜ਼ਰਾ ਸੋਚ ਅਮਰ ਸਿੰਘ, ਜੇ ਅਸੀਂ ਤੇਰੇ ਲਈ ਇੰਨੀ ਫਿਰਿਆਦਲੀ ਖਾ ਸਕਦੇ ਹਾਂ ਤਾਂ ਫਿਰ ਬਾਕੀ ਸਿੱਖ ਸਰਦਾਰਾਂ ਲਈ ਅਸੀਂ ਕੀ ਨਹੀਂ ਕਰ ਸਕਦੇ। ਮੈਂ ਕੁਝ ਸਮਝਿਆ ਨਹੀਂ ਹਜ਼ੂਰ। ਦਰਅਸਲ ਜਹਾਂ ਪਨਾਹ ਚਾਹੁੰਦੇ ਨੇ ਕਿ ਤੁਸੀਂ ਹਜ਼ੂਰ ਦੇ ਨੁਮਾਇੰਦੇ ਦੇ ਤੌਰ ਤੇ ਸਿੱਖਾਂ ਅੱਗੇ ਇੱਕ ਤਜਵੀਜ਼ ਪੇਸ਼ ਕਰੋ। ਫਿਰ ਤੁਸੀਂ ਉਹਨਾਂ ਦੇ ਹਮ ਮਜ਼ਹਬ ਵੀ ਹੋ, ਤੁਹਾਡੀ ਗੱਲ ਉਹ ਸੁਣਨਗੇ ਵੀ ਤੇ ਮੰਨਣਗੇ ਵੀ। ਹਜ਼ੂਰ, ਕੈਸੀ ਤਜਵੀਜ਼? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਗੇਲ ਸਿੰਘ ਸਮੇਤ ਸਾਰੇ ਸਿੱਖ ਸਰਦਾਰਾਂ ਨੂੰ ਸਮਝਾਓ ਕਿ ਉਹ ਹਕੂਮਤ ਨਾਲ ਮੱਥਾ ਲਾਉਣ ਦੀ ਥਾਂ ਹਕੂਮਤ ਦੇ ਨੁਮਾਇੰਦੇ ਬਣਨਾ ਕਬੂਲ ਕਰ ਲੈਣ। ਇਸ ਵਿੱਚ ਦੋਵਾਂ ਦਾ ਫਾਇਦਾ ਹੈ। ਹਕੂਮਤ ਨੂੰ ਬਾਗੀਆਂ ਤੋਂ ਨਿਜ਼ਾਤ ਮਿਲ ਜਾਵੇਗੀ ਤੇ ਸਿੱਖਾਂ ਨੂੰ ਸਕੂਨ ਦੀ ਹਯਾਤ ਬਸਰ ਕਰਨ ਦਾ ਮੌਕਾ ਮਿਲ ਜਾਏਗਾ। ਮੈਂ ਕੋਸ਼ਿਸ਼ ਕਰਾਂਗਾ ਹਜ਼ੂਰ, ਪਰ ਕੀ ਜਾਨ ਦੀ ਖੈਰ ਹੋਵੇ ਤਾਂ ਇੱਕ ਅਰਜ਼ ਕਰਾਂ। ਛੇਤੀ ਬੋਲ। हुजूर, मैं आपका नमक हलाल इसलिए कोशिश पूरी करांगा, पर मैंने यकीन है कि सरदार बघेल सिंह, जस्सा सिंह आलूवालिया, जस्सा सिंह रामगढ़िया वर्गे जरनैल ये तजवीज़ कभी नहीं कबूल करनगे। अमर सिंह जी, ਤੁਸੀਂ ਸਿੱਖਾਂ ਨੂੰ ਸਮਝਾਓ ਕਿ ਜਹਾਂ ਪਨਾਹ ਦੀ ਸਰਪ੍ਰਸਤੀ ਕਬੂਲ ਕਰ ਲੈਣ ਖਾਤਰ ਉਹਨਾਂ ਨੂੰ ਮਨ ਚਾਹੀਆਂ ਰਿਆਸਤਾਂ ਅਤੇ ਖਿਤਾਬ ਤਕਸੀਮ ਕੀਤੇ ਜਾਣਗੇ। ਫਿਰ ਉਹ ਆਪਣੇ ਆਪਣੇ ਇਲਾਕੇ ਦੇ ਖੁਦ ਮੁਖਤਿਆਰ ਹੋਣਗੇ। ਫਿਰ ਜਿਸ ਤਰ੍ਹਾਂ ਚਾਹਣ ਜ਼ਿੰਦਗੀ ਬਸਰ ਕਰ ਸਕਦੇ ਨੇ। गल तो यह है हजूर, बघेल सिंह वांग बाकी सिख मिसलदार भी
ਕਿਸੇ ਦੀ ਅਧੀਨਗੀ ਸਵੀਕਾਰ ਕਰਨ ਲਈ ਤਿਆਰ ਨਹੀਂ। ਇਹ ਸਿਰ ਝੁਕਾਉਣ ਨਾਲੋਂ ਸਿਰ ਕਟਵਾਉਣਾ ਚੰਗਾ ਸਮਝਦੇ ਨੇ। तू भी तो सिख है अमर सिंह। जेकर तू साडे अधीन होके खुश है तो फिर बाकी क्यों नहीं? मैं पूरी कोशिश करांगा हुजूर। तशरीफ ले जा सकते हो। नाले एक गल याद रहे कि जो रियासत जो उपाधि असी दे सकते हाँ वो इको झटके नाल खो भी सकते हाँ। जो हुक्म मालक बना। एक इन सिखड़ियां नूं काबू करना बहुत लाजमी है। नहीं तो वो दिन दूर नहीं जदों एक हिंदुस्तान दे तख्त ताज दे आजाद मालिक बन जाएंगे। वजह फरमाया हुजूर। इन्हां दी ताकत अगे शाही फौजां भी लाचार हो जांदियां। मुट्ठी भर सिख बरफान आउंदे ने ते मार काट करके हवा हो जांदे ते ਅਸੀਂ ਸਾਰਾ ਮਾਲ ਅਸਬਾਬ ਲੁਟਾ ਕੇ ਹੱਥ ਮਲਦੇ ਦੇਖਦੇ ਰਹਿ ਜਾਂਦੇ ਹਾਂ। कुछ भी करो बे सिख सरदारां नूं साडे वफादार कायम करो। एक वारी बगैर सिंह वर्गा बहादुर साडी कमान हेठ आ गया तां खुदा कसम असी पूरी दुनिया सर कर सकते हां। जोर नाल ज़बर नाल सुले नाल जा सबर नाल। लालच दियो जगीरा दियो जो भी मंगते ने दे दियो मगर सारे सिख अब्दाली दे झंडे हेठ खड़े दिखाई देना चाहिए। साडे झंडे खड़े अहमद शाह अब्दाली दिल्ली सल्तनत रुहेले ते मरहट्टे दा सिखां दी किरपान अगे बेबस ते कमजोर हो ही चुके सन। जमुना पार पूरब वल अवध का नवाब ਅਤੇ ਬੰਗਾਲ ਤੋਂ ਦਿੱਲੀ ਵੱਲ ਵਧਦੇ ਆ ਰਹੇ ਅੰਗਰੇਜ਼ ਵੀ ਬਘੇਲ ਸਿੰਘ ਦੀ ਵੱਧਦੀ ਤਾਕਤ ਦੇਖ ਕੇ ਥਰ ਕੰਬ ਰਹੇ ਸਨ। ਪਰ ਇੰਨੀ ਤਾਕਤ ਹਾਸਲ ਕਰ ਲੈਣ ਤੋਂ ਬਾਅਦ ਵੀ ਬਘੇਲ ਸਿੰਘ ਨੇ ਸਿੱਖੀ ਮੂਲ ਮੰਤਰ ਸਦਾ ਯਾਦ ਰੱਖਿਆ ਅਤੇ ਦਸਮ ਪਾਤਸ਼ਾਹੀ ਦੇ ਬਖਸ਼ੇ ਸ਼ਸਤਰਾਂ ਦੀ ਵਰਤੋਂ ਸਦਾ ਮਾਨਵਤਾ ਦੀ ਭਲਾਈ ਖਾਤਰ ਹੀ ਕੀਤੀ। ਕਿਹੜੀਆਂ ਸੋਚਾਂ ਵਿੱਚ ਪਏ ਹੋ ਪੰਡਿਤ ਜੀ? आप दी लड़की सही सलामत सामने खड़ी सुखी सादी इसनु कार लेके जाओ ते खुशी खुशी इसदा विआह रचाओ। लड़की तो मेरी है पर मैं इसको घर भी नहीं जा सकता सरदार जी। ये आपकी जाई थी नहीं है पंडित जी? ये है तो मेरी थी। फिर क्यों नहीं ले जा सकते? केड़े घर लेके जावा सरदार जी? अपने घर और कैसे? नहीं सरदार जी नहीं, मैं पाप नहीं कर सकता। कमाल है, अपनी सकी धी नूं घर लेके जाण विच कैसा पाप है पंडित जी? गल धीरे सके होण दी नहीं है सरदार जी। फिर की गल है पंडित जी? ये लड़की प्रदेश के घर लेके आई है, इसलिए हम इसको अपने घर नहीं रख सकते। हुण मामला मेरी समझ विच आ गया। अच्छा एक गल दसो जी, केड़ी गल? जे ये कुड़ी मलेश के वस पै गई तो इस बेचारी का की कसूर है? हाँ, जे कसूर है किसी का तो वो तुहाडा है। मेरा की कसूर है सरदार जी? सब तुहाडा कसूर है ते तुहाडे नाल नाल हर उस शख्स का कसूर है जो अपनी मावां धीयां भैणां दी रक्षा नहीं कर सकते, बस कायरा वांग हाथ जोड़ के देखते रहते। मैं पूछता तुसी लोग जेकर अपनी धीयां दी रक्षा नहीं कर सकते तो ਤੁਹਾਨੂੰ ਜਿਉਣ ਦਾ ਕੀ ਹੱਕ ਹੈ? ਦੱਸੋ ਕੀ ਹੱਕ ਹੈ ਤੁਹਾਨੂੰ ਜਿਉਣ ਦਾ? ਅਸੀਂ ਗਰੀਬ ਉਹਨਾਂ ਦੇ ਵਾਲੇ ਅੱਗੇ ਕੀ ਕਰ ਸਕਦੇ ਹਾਂ? ਤੁਹਾਡੀ ਇਸੇ ਬੁੱਧਲੀ ਦਾ ਉਹ ਫਾਇਦਾ ਚੁੱਕਦੇ ਆਏ ਨੇ। ਤੁਹਾਡੀ ਇਸੇ ਸੋਚ ਦਾ ਲਾਹਾ ਲੈ ਕੇ ਮੀਰ ਹਸਨ ਖਾਨ ਜਲਾਲਾਬਾਦੀ ਇਸ ਕੁੜੀ ਨੂੰ ਜਬਰੀ ਚੁੱਕ ਕੇ ਲੈ ਗਿਆ ਤੇ ਉਸ ਦੀ ਮਾਸੂਮ ਅਸਮਤ ਨੂੰ ਪਵਿੱਤਰ ਕਰਦਾ ਗਿਆ। ਤੇ ਅੱਜ ਜਦੋਂ ਦਸਮ ਪਿਤਾ ਦੀ ਬਖਸ਼ੀ ਕਿਰਪਾਨ ਨੇ उस मीर हसन कीते दी सजा दे के तुहाडी पुत्री नु छुड़ा लिया है तो तुसी अपने ढिड्डों जाई नु स्वीकार करन तो इनकारी हो रहे हो। वो कोई अड़क नाम की चीज है तुहाडे लोकां विच कि नहीं? पर समाज की कहेगा? केड़ा समाज? वो तुहाडा समाज भी तुहाडे वर्गे पुछदिल ते कायर लोकां दा ही है ना। मैं पुछदा तुहाडी अणख नु हो की गया? ਤੁਸੀਂ ਕਿਉਂ ਭੁੱਲ ਗਏ ਹੋ ਕਿ ਮੁਰਦਿਆਂ ਦੀ ਅਣਖ ਨੂੰ ਸੁਰਜੀਤ ਕਰਨ ਲਈ ਵੀ ਦਸਮ ਪਿਤਾ ਨੇ ਖਾਲਸਾ ਸਾਜਨਾ ਕੀਤੀ ਸੀ। ਰਹਿਤੇ ਵੀਰ ਜੀ, ਇਹਨਾਂ ਗੁੰਗੇ ਗੋਰੇ ਤੇ ਬੇਗੈਰਤ ਲੋਕਾਂ ਉੱਪਰ ਆਪ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਹੋਣਾ। ਇਹ ਲੋਕ ਇਨਸਾਨ ਨਹੀਂ,
जिंदा लाशा ने लाशा इन्हां नालों ते रास्ते च पिया पत्थर ही चंगा जिसनों जोर दी पैर मारते सट पैर में ਵੱਜਦੀ ਆ पर ये लोग तू ठीक है धीए, पर मेरे अंदर समाज का मत्था लाने जोगी हिम्मत नहीं है। मैं पुछदी आ उदों कित्थे सी ਤੁਹਾਡਾ ਸਮਾਜ ਜਦੋਂ ਸਭ ਦੇ ਸਾਹਮਣੇ ਜਵਾਨ ਕੁੜੀਆਂ ਨੂੰ ਘਰਾਂ ਵਿੱਚੋਂ ਖਿੱਚ ਕੇ ਲੈ ਜਾ ਰਹੇ ਸਨ। ਬਾਕੀ ਕੁੜੀਆਂ ਵਾਂਗ ਮੈਂ ਵੀ ਚੀਖੀ ਚਲਾਈ ਤੇ ਮੇਰਾ ਬਾਪ ਕਿੱਲੀ ਮਿੱਟੀ ਦਾ ਢੇਲਾ ਬਣਾ ਖੜਾ ਤੁਸੀਂ ਲੋਕ ਘਰਾਂ ਦੇ ਅੰਦਰ ਆਪਣੀ ਔਰਤਾਂ ਉੱਪਰ ਹੀ ਰੋਹ ਪਾ ਦੋਗੇ ਹੋ। ਕਦੀ ਪਿਓ ਹੋਣ ਦਾ ਰੋਹ, ਕਦੀ ਵੱਡਾ ਭਰਾ ਹੋਣ ਦਾ ਤੇ ਕਦੀ ਘਰ ਦਾ ਮਰਦ ਹੋਣ ਦਾ ਰੋਹ। ਪਰ ਮੈਂ ਪੁੱਛਦੀ ਹਾਂ ਜਦੋਂ ਤੁਹਾਡੀਆਂ ਧੀਆਂ ਨੂੰ ਬੇਗਾਨੇ ਹੱਥ ਪਾ ਲੈਂਦੇ ਨੇ ਤਾਂ ਤੁਹਾਡੀ ਬਰਦਾਸ਼ਤ ਕਿਉਂ ਨਹੀਂ ਲੱਗਦੀ, ਕਿਉਂ ਨਹੀਂ ਸਕਦੀ? ਰੋਣਾ ਪੈਣੇ ਤੁਸੀਂ ਕਿਉਂ ਮੈਨੂੰ ਛਡਾਇਆ ਵੀਰ ਜੀ? ਰਾਤ ਦੇਣਾ ਸੀ ਉੱਥੇ 3 ਦਿਨ ਬਾਅਦ ਨੂੰ। ਭਰਾ ਹੈ ਤੇ ਆਪਣੇ ਭਰਾ ਉੱਪਰ ਭਰੋਸਾ ਰੱਖਣਾ। खालसाई सरदारा ने जलालाबाद लोहारी ऊपर हमला कोई राज कायम कर लेने से किया, केवल तेरी रिहाई ने किया ते अगे तो हर उस थां ऊपर हमला करती रहेगी जिथे भी किसी दी धी भैन नूं कोई ताड़वी हथ पाउण दी हिम्मत करेगा। एक गल होर, ਸਿੰਘਾਂ ने उस कलाल नूं भी सजा दे दी ਜਿਹੜਾ ਪੈਸੇ ਲੈ ਕੇ ਲੋਕਾਂ ਦੀਆਂ ਧੀਆਂ ਭੈਣਾਂ ਦਾ ਉਹ ਪਤਾ ਮਲੇਛਾਂ ਨੂੰ ਦੱਸਦਾ ਸੀ। ਤੂੰ ਆਪਣੇ ਉਸੇ ਘਰ ਜਾ ਜਿੱਥੇ ਤੂੰ ਜੰਮੀ ਸੀ ਤੇ ਉਸੇ ਘਰ ਵਿੱਚੋਂ ਤੇਰਾ ਡੋਲਾ ਵੀ ਉੱਠਿਆ। सरदार जी, मैं लड़के को घर जाने ਲਈ ਤਿਆਰ ਹਾਂ, ਪਰ ਬਰਾਦਰੀ ਵਿੱਚ ਕਿਹੜਾ ਇਸ ਦਾ ਵਿਆਹ ਕਰਾਉਣ ਲਈ ਤਿਆਰ ਹੋਵੇਗਾ? ਬਿਰਾਦਰੀ ਉਹ ਕਿਧਰਾਂ ਦੀ ਬਿਰਾਦਰੀ ਕਿਆ जाके आपने सारी बिरादरी इस कुड़ी की रखिया खालसे ने की थी। इस करके इस कुड़ी नू नवा जन्म मिलिया खालस जीवन। इसलिए ये कुड़ी अज तो खालसे की पुत्री मनी जाएगी। हुण जाओ ते जिथे चाहो इस कुड़ी का कारज रचा देना। एक गल सदा याद रखिए, वो खालस हुंदा है ਉਹ ਨਾ ਜ਼ੁਲਮ ਕਰਦਾ ਹੈ, ਨਾ ਜ਼ੁਲਮ ਸਹਿਦਾ ਹੈ ਤੇ ਨਾ ਹੀ ਕਿਸੇ ਤੇ ਜ਼ੁਲਮ ਹੋਣ ਦਿੰਦਾ ਹੈ। ਭਰੋਸਾ ਰੱਖੋ ਵੀਰ ਜੀ, ਜੇ ਖਾਲਸੇ ਨੇ ਮੈਨੂੰ ਪੁੱਤਰੀ ਬਣਾਇਆ ਤੇ ਮੈਂ ਵੀ ਸਿੰਘਣੀ ਬਣ ਕੇ ਦਿਖਾਵਾਂਗੀ। ਮੈਨੂੰ ਖਾਲਸੇ ਨੇ ਬਖਸ਼ਿਆ ਤੇਰੀਆਂ ਧੀ ਆਪਣੀ ਲਿਆ ਬਣਾ ਹੁਣ ਕਿਸੇ ਕੋ ਨਾ ਦੀ ਹੋਕਾ ਦਊਂਗੀ ਮੈਂ ਕਿਹੜਾ ਖਾਲਸਾ ਮੇਰਾ ਰੂਪ ਹੈ, ਹਾਂ ਰੂਪ ਹੈ ਜਿਹਨੇ ਦਿੱਤਾ ਖਾਸ ਬਣਾ। विदेशी हमलावर दुरानी की जीत हजूरी करके दल खालसा नाल बेवसाई तो पहले कर चुके, फिर वो साडे कोल की लेना है अमर सिंह जी? ਔਖੇ ਵੇਲੇ ਬੰਦਾ ਆਪਣਿਆਂ ਕੋਲ ਹੀ ਤਾਂ ਆਉਂਦਾ ਹੈ। ਤੇ ਫਿਰ ਆਪਣੇ ਕੋਲ ਹੀ ਜਾਓ ਨਾ, ਅਸੀਂ ਤਾਂ ਬੇਗਾਨੇ ਹਾਂ। ਵੈਸੇ ਵੀ ਆਪ ਤੇ ਆਪਣੇ ਤਾਂ ਬਹੁਤ ਹੈਗੇ, ਕੋਈ ਦੁਰਾਨੀ, ਕੋਈ ਅਫਗਾਨ ਤੇ ਕੋਈ ਮੁਗਲ, ਸਾਰੇ ਹੀ ਆਪ ਦੇ ਮਿੱਤਰ ਨੇ। ਮਿੱਤਰ ਕੀ जजमान ने जजमान, क्यों ठीक है ना? मैं तो ਵੱਡੀ ਭੁੱਲ ਹੋ ਗਈ ਹੈ ਸਰਦਾਰ ਜੀ, ਮਾਫ ਕਰ ਦਿਓ। वाह वाफ तो आपको पहला भी कई बार किया जा चुका है। पहली मुआफी उदों जदों तुसी करोड़ ਸਿੰਘੀਆਂ ਮਿਸਲ ਦੇ ਇਲਾਕੇ ਵਾਲੇ ਪਿੰਡਾਂ ਬਲੂ, ਪੋਨੀ ਤੇ ਮੁੱਲਾਂਪੁਰ ਉੱਤੇ ਕਬਜ਼ਾ ਕਰ ਲਿਆ ਸੀ। ਮੁਆਫ ਤਾਂ ਆਪ ਨੂੰ 1767 ਦੀਆਂ ਗਰਮੀਆਂ ਵੇਲੇ ਵੀ ਕੀਤਾ ਜਾ ਚੁੱਕਾ ਹੈ, ਜਦੋਂ ਆਪ ਦਲ ਖਾਲਸਾ ਦੀ ਆਮਦ ਵੇਲੇ ਪਟਿਆਲੇ ਆਪਣੀ ਰਾਜਧਾਨੀ ਵਿੱਚ ਨਹੀਂ ਸੌਂ। ਉਦੋਂ ਅਸੀਂ ਚਾਹੁੰਦੇ ਤਾਂ ਆਪ ਨੂੰ ਬਰਤਰਫ ਕਰਕੇ ਪਟਿਆਲੇ ਉੱਪਰ ਕਬਜ਼ਾ ਕਰਨਾ। दल खालसा सदा
ਬਾਹਰੀ ਸ਼ਕਤੀਆਂ ਦੇ ਵਿਰੋਧ ਵਿੱਚ ਡਟਿਆ ਹੈ ਤੇ ਅੱਗੇ ਤੋਂ ਵੀ ਕਿਸੇ ਵਿਦੇਸ਼ੀ ਹਮਲਾਵਰ ਨੂੰ ਪੰਜਾਬ ਵਿੱਚ ਟਿਕਣ ਨਹੀਂ ਦੇਵੇਗਾ। ਮੈਂ ਤਾਂ ਸੱਚਮੁੱਚ ਭੁੱਲ ਹੋਈ ਜੀ। ਇਹ ਧਾੜੀਆਂ ਦੀ ਕੌਮ ਕਿਸੇ ਦੀ ਮਿੱਤ ਨਹੀਂ ਸਰਦਾਰ ਜੀ। ਕੱਲ ਤੱਕ ਜੋ ਮਿੱਤਰ ਬਣ ਦੱਸਦੇ ਸਨ, ਅੱਜ ਉਹਨਾਂ ਜ਼ਾਲਮਾਂ ਨੇ ਦਿੱਲੀ ਦੇ ਸ਼ਹਿਜ਼ਾਦਾ ਫਰਖੰਦਾ ਬਖਤ ਅਤੇ ਵਜ਼ੀਰ ਅਬਦੁਲ ਅਹਦ ਖਾਨ ਨੇ ਪਟਿਆਲੇ ਉੱਪਰ ਜ਼ਬਰਦਸਤ ਹਮਲਾ ਕਰ ਦਿੱਤਾ ਹੈ। ਜੇ ਦਲ ਖਾਲਸਾ ਨੇ ਮਦਦ ਨਾ ਕੀਤੀ ਤਾਂ ਸਭ ਕੁਝ ਖਤਮ ਹੋ ਜਾਵੇਗਾ ਜਥੇਦਾਰ ਜੀ, ਸਭ ਕੁਝ ਖਤਮ ਹੋ ਜਾਵੇਗਾ। ਦਲ ਖਾਲਸਾ ਆਪ ਦੀ ਮਦਦ ਕਿਉਂ ਕਰੇ? ਕੱਲ ਰਿਆਸਤ ਤੇ ਉਪਾਧੀ ਲੈਣ ਲਈ ਤੁਸੀਂ ਸਰਹੰਦ ਵਿਖੇ ਉਚੇਚਾ ਜਾ ਕੇ ਦੁਰਾਨੀ ਦੇ ਥੱਲੇ ਜਾ ਲੱਗੇ ਸੀ ਤੇ ਕੱਲ ਨੂੰ ਫਿਰ ਦੁਰਾਨੀ ਨੇ ਕੁਰੀ ਵੱਟੀ ਤਾਂ ਫਿਰ ਉਸ ਦੇ ਅੱਗੇ ਸਿਰ ਝੁਕਾ ਕੇ ਪੇਸ਼ ਹੋ ਜਾਓ ਤੇ ਆਖੋਗੇ ਕਿ ਸਿੰਘਾਂ ਕੋਲੋਂ ਮਦਦ ਲੈਣ ਦੀ ਵੱਡੀ ਗਲਤੀ ਹੋ ਗਈ। ਮੈਂ ਬੜਾ ਸ਼ਰਮਿੰਦਾ ਹਾਂ ਖਾਲਸਾ ਜੀ। ਇਸ ਮੁਸ਼ਕਲ ਦੀ ਘੜੀ ਵਿੱਚ ਆਪ ਦਾ ਹੀ ਸਹਾਰਾ ਹੈ। ਜੇ ਆਪ ਵੀ ਮਦਦ ਨਾ ਕਰੋਗੇ ਤਾਂ ਅਹਿਦ ਖਾਨ ਮੇਰੀ ਰਿਆਸਤ ਖੋ ਲਏਗਾ। ਇਹ ਤਾਂ ਪਹਿਲਾਂ ਸੋਚਣਾ ਸੀ ਅਮਰ ਸਿੰਘ ਜੀ। ਵੈਸੇ ਕਿੰਨੀ ਹੈਰਾਨੀ ਹੈ, ਚਾਂਦੀ ਦੀਆਂ ਚੰਦ ਛਿਲਣਾ ਪਿੱਛੇ ਤੁਸੀਂ ਇਹ ਵੀ ਭੁੱਲ ਗਏ ਕਿ ਇਹਨਾਂ ਮੁਗਲਾਂ ਤੇ ਦੁਰਾਨੀਆਂ ਨੇ ਸਾਡੇ ਗੁਰੂਆਂ ਮਰਜੀਵੜੀਆਂ ਨਾਲ ਕੀ ਸੁਨ ਕਮਾਏ ਸਨ। ਕਿੰਜ ਸਾਡੀ ਕੌਮ ਦਾ ਬੀਜ ਨਾਸ ਕਰਨ ਲਈ ਸਾਡੇ ਸਿਰਾਂ ਦੇ ਮੁੱਲ ਤੱਕ ਪਾਏ ਸਨ ਇਹਨਾਂ ਲੋਕਾਂ ਨੇ, ਤੇ ਤੁਸੀਂ ਇਹਨਾਂ ਦੀ ਦੋਸਤੀ ਵਿੱਚ ਪਾਈ ਗਲਵਕੜੀ ਪਿੱਛੇ ਲੁਕਿਆ ਖੰਜਰ ਕਿਉਂ ਨਹੀਂ ਵੇਖ ਸਕੇ? ਤੁਸੀਂ ਇਹ ਕਿਉਂ ਭੁੱਲ ਗਏ ਕਿ ਇਹਨਾਂ ਮੁਗਲਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਉਣ ਲਈ ਗੁਰੂ ਸਾਹਿਬ ਅੱਗੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਧੀਆਂ ਸਨ ਤੇ ਪਿੱਛੋਂ ਧੋਖੇ ਨਾਲ ਹਮਲਾ ਕਰਕੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਲ ਕਰਵਾ ਦਿੱਤਾ? ਇਸ ਲਈ ਜੋ ਗੁਰੂਆਂ ਦਾ ਦੋਖੀ ਹੈ, ਜਿਸ ਦੇ ਦਿਲ ਵਿੱਚ ਕੌਮ ਪ੍ਰਤੀ ਵਫਾਦਾਰੀ ਨਹੀਂ, ਉਸ ਦੇ ਲਈ ਸਾਡੇ ਮਨ ਵਿੱਚ ਕੋਈ ਹਮਦਰਦੀ ਨਹੀਂ। ਜਾਓ ਤੇ ਕੋਈ ਹੋਰ ਦਰਵਾਜ਼ਾ ਖੜਕਾਓ। ਇੰਜ ਨਾ ਆਖੋ ਸਰਦਾਰ ਜੀ। ਮੈਂ ਸੱਚੇ ਦਿਲੋਂ ਭੁੱਲ ਬਖਸ਼ਾਉਣ ਲਈ ਹਾਜ਼ਰ ਹੋਇਆ ਹਾਂ। ਭੁੱਲ ਬਖਸ਼ਾਉਣ ਲਈ ਨਹੀਂ, ਵੇਲਾ ਟਪਾਉਣ ਆਏ ਹੋ ਤੁਸੀਂ। ਆਪਣਾ ਉੱਲੂ ਸਿੱਧਾ ਕਰਨ ਲਈ ਆਏ ਹੋ। ਜੋ ਡੰਡ ਲਾਉਣਾ ਸੀ ਲਾ ਦਿਓ, ਪਰ ਇੱਕ ਵਾਰ ਮਾਫ ਕਰ ਦਿਓ ਜਥੇਦਾਰ ਜੀ। ਅਸੀਂ ਗੁਰੂ ਚਰਨਾਂ ਦੇ ਨਿਮਾਣੇ ਜਹਦਾਸ। ਅਸੀਂ ਕੌਣ ਹੁੰਦੇ ਆ ਮਾਫ ਕਰਨ ਵਾਲੇ? ਅਸੀਂ ਤਾਂ ਖਾਲਸਾ ਸਜਣ ਵੇਲੇ ਲਏ ਪ੍ਰਾਣ ਦੇ ਅਟਲ ਮਾਂ। ਜਦੋਂ ਤੱਕ ਵਿਦੇਸ਼ੀ ਹਮਲਾਵਰਾਂ ਨੂੰ ਆਪਣੇ ਮੁਲਕ ਦੀ ਧਰਤੀ ਤੋਂ ਪਛਾ ਨਹੀਂ ਦਿੰਦੇ, ਚੈਨ ਨਾਲ ਨਹੀਂ ਬੈਠਾਂਗੇ। ਸਾਡਾ ਨਿਸ਼ਾਨਾ ਦਿੱਲੀ ਉੱਪਰ ਖਾਲਸਾਈ ਝੰਡਾ ਲਹਿਰਾਉਣ ਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਹੋ ਕੇ ਰਹੇਗਾ। ਫਿਰ ਕੀ ਭਰੋਸਾ ਹੈ ਕਿ ਗਰਜ ਪੂਰੀ ਹੋਣ ਤੋਂ ਬਾਅਦ ਖਾਲਸੇ ਪ੍ਰਤੀ ਵਫਾਦਾਰ ਰਹੋਗੇ ਵੀ ਕਿ ਨਹੀਂ? ਭਰੋਸਾ ਕਰੋ ਸਰਦਾਰ ਜੀ। ਭਰੋਸਾ ਤਾਂ ਆਪ ਨੇ, ਅਸੀਂ ਕੀ ਕਰਨਾ? ਪੁੱਤਰ ਸਾਹਿਬ ਸਿੰਘ, ਆ ਮੇਰਾ ਪੁੱਤਰ ਜੀ ਸਾਹਿਬ ਸਿੰਘ, ਮੈਂ ਇਸ ਨੂੰ ਖਾਲਸੇ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਇਆ। ਆਪ ਜੀ ਕਿਰਪਾ ਕਰੋ ਤੇ ਮੇਰੇ ਪੁੱਤਰ ਨੂੰ ਆਪਣੇ ਹੱਥੀਂ ਅੰਮ੍ਰਿਤ ਪਾਨ ਕਰਵਾ ਕੇ ਸਿੰਘ ਸਜਾਓ। ਇਹੋ ਮੇਰੀ ਜਾਮਨੀ ਰਹੇਗੀ ਖਾਲਸੇ ਨਾਲ ਵਫਾਦਾਰੀ ਦੀ। ਤੂੰ ਆਪ ਆਇਆ ਨੌਜਵਾਨਾ ਕਿ ਤੇਰੇ ਪਿਓ ਨੇ ਦਬਾਅ ਪਾਇਆ ਤੇਰੇ ਉੱਤੇ? ਨਹੀਂ ਜਥੇਦਾਰ ਜੀ, ਪਿਤਾ ਜੀ ਨੇ ਦਬਾਅ ਨਹੀਂ ਪਾਇਆ, ਸਗੋਂ ਪ੍ਰੇਰਿਆ ਹੀ ਖਾਲਸੇ ਦੀ ਸੇਵਾ ਕਰਨ ਲਈ। ਚੱਲ ਫਿਰ ਵਾਹਿਗੁਰੂ ਭਲੀ ਕਰੇਗਾ। ਜਥੇਦਾਰ ਜੀ, ਹੁਣ ਮੈਂ ਬੇਫਿਕਰ ਹੋ ਗਿਆ। ਹੁਣ ਤੇ ਦਲ ਖਾਲਸਾ ਮੇਰੀ ਮਦਦ ਕਰੇਗਾ ਨਾ? ਜੇ ਅੱਗੇ ਤੋਂ ਉਹਨਾਂ ਦੁਰਾਨੀਆਂ ਤੇ ਮੁਗਲਾਂ ਨੂੰ ਮੂੰਹ ਨਹੀਂ ਲਗਾਵੇਂਗਾ ਤਾਂ ਵਾਹਿਗੁਰੂ ਸਿੱਧਾ ਨਰਕਾਂ ਚ ਪਾਵੇ ਜੇ ਏਦਾਂ ਕਰਾਂ ਤਾਂ। ਫਿਰ ਨਿਸ਼ਚਿੰਤ ਹੋ ਕੇ ਜਾਓ ਤੇ ਕਹਿ ਦਿਓ ਫਰਖੰਦਾ ਬਖਤ ਤੇ ਅਹਿਦ ਖਾਨ ਕਿ ਕੱਲ ਸਵੇਰੇ ਬਗੇਲ ਸਿੰਘ ਦਲ ਖਾਲਸਾ ਦੀ ਫੌਜ ਲੈ ਕੇ ਆ ਰਿਹਾ ਹੈ ਕਿ ਨਾਮ ਸੁਣਦੇ ਹੀ ਰਾਤੋਂ ਰਾਤ ਤੰਬੂ ਪੁੱਟ ਕੇ ਨਾ ਭੱਜ ਗਏ ਤਾਂ ਮੇਰਾ ਵੀ ਨਾਮ ਬਗੇਲ ਸਿੰਘ ਨਹੀਂ। ਬਹੁਤ ਬਹੁਤ ਮਿਹਰਬਾਨੀ ਸਰਦਾਰ ਜੀ। अल्लाह का शुक्र है बेटा, तू सही सलामत आ गया है। ਅੱਬੂ ਜਾਨ, ਅਸੀਂ ਘੇਰਾ ਤਾਂ ਪੂਰੀ ਮਜ਼ਬੂਤੀ ਨਾਲ ਪਾਇਆ ਸੀ, ਪਰ ਫਿਰ ਵੀ ਪਤਾ ਨਹੀਂ
अमर सिंह किस तरह बघेल सिंह तक पहुंच गया? हालात ही कुछ ऐसे हो गए सन कि साडे लिए घेरा चुकना जरूरी हो गया सी आलम। एक पासों बघेल सिंह ते माझे वाले पासों जस्सा सिंह आलूवालिया अपना लश्कर लेके आ रहे सन। मैं शहजादे पर खंदा वक्त ਨੂੰ सलाह ਦਿੱਤੀ कि ਉਹਨਾਂ ਦੇ ਆਉਣ ਤੋਂ ਪਹਿਲਾਂ ਦਿੱਲੀ ਪਹੁੰਚ ਗਏ ਤਾਂ ਠੀਕ ਹੈ, ਨਹੀਂ ਤਾਂ ਵਕਤ ਦਾ ਕੀ ਪਤਾ। ਤੁਸੀਂ ਠੀਕ ਕੀਤਾ ਹੈ ਵਜ਼ੀਰ ਅਹਿਦ ਖਾਨ ਸਾਹਿਬ, ਸਾਡੇ ਪਿਆਰੇ ਸ਼ਹਿਜ਼ਾਦੇ ਨੂੰ ਸਹੀ ਸਲਾਮਤ ਵਾਪਸ ਲੈ ਆਏ। ਅੱਬੂ ਜਾਨ, ਜੇ ਉਹ ਦੋਵੇਂ ਸਰਦਾਰ ਪੁੱਜ ਜਾਂਦੇ ਤਾਂ ਅਸੀਂ ਵਿਚਕਾਰ ਪੂਰੀ ਤਰ੍ਹਾਂ ਘਿਰ ਜਾਣਾ ਸੀ ਤੇ ਹਾਲਾਤ ਕੁਝ ਹੋਰ ਵੀ ਹੋ ਸਕਦੇ ਸਨ। ਕੋਈ ਗੱਲ ਨਹੀਂ ਬੇਟੇ ਜਾਨ, ਹਾਲ ਦੀ ਘੜੀ ਅਸੀਂ ਬਘੇਲ ਸਿੰਘ ਨੂੰ ਨਜ਼ਰਾਨਾ ਭੇਜ ਕੇ ਸ਼ਾਂਤ ਸੁਲਾਹ ਕਰ ਲੈਂਦੇ। ਬਾਕੀ ਦਿੱਲੀ ਅਜੇ ਬੜੀ ਦੂਰ ਹੈ। मगर सुल्तान आजम बघेल सिंह का तूफान बंद दिल्ली में चढ़े आ रहे हैं। इस तो पहले भी उसने अणगिनत वाली दिल्ली के इलाके सर कर लेगा। जेकर उसको फौरन रोके ना गया ताओ पर दूर नहीं जो दिल्ली के तख्त ऊपर काबज हो जाएगा। फिक्र करने की लोड़ नहीं, दिल्ली अजय दूर है। मगर फिर भी हजूर ਅਸੀਂ ਕੁਝ ਸੋਚਦੇ ਸ਼ਹਿਜ਼ਾਦੇ, ਤੁਸੀਂ ਆਰਾਮ ਕਰੋ, ਥੱਕੇ ਹੋ। ਜੋ ਹੁਕਮ ਅੱਬੂ ਜਾਨ। ना चीज ली क्यों को मैं शहनशाह। ਬਘੇਲ ਸਿੰਘ ਨੂੰ ਟੱਕਰ ਦੇਣ ਵਾਲਾ ਕੋਈ ਜਾਂਬਾਜ਼ ਹੈ ਤੇਰੀ ਨਜ਼ਰ ਵਿੱਚ? हाँ है तो जे हजूर ठीक समझे। ਕੌਣ? अब्दुल कासिम मेरा छोटा जेकर उसको सहारनपुर का फौज का नियुक्त कर दिता जाए तो रोहेल खंड व जाब्ता खान रोक लेगा ते पंजाब व बघेल सिंह नूं। ठीक है, और सुराज की तैनात कर दिया है। जो हुक्म शहनशाह। सब फिक्रा मुका दऊगा कैर सिंगां ते ढा दऊगा वैरी दियां फौजां नूं ओ चंगा सबक सिखा दऊगा। साडा ਜਦੋਂ ਆਣ ਟਕਰਾ ਜਾਊਗਾ, ਹੋ ਜਦੋਂ ਆਣ ਟਕਰਾ ਜਾਊਗਾ। हराम ते खास ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਖਾਲਸਾਈ ਫੌਜਾਂ ਦੇ ਜਥੇਦਾਰ ਬਘੇਲ ਸਿੰਘ ਕਰੋੜ ਸਿੰਘੀਆ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਰਾਏ ਸਿੰਘ ਪੰਗੀ ਸਮੇਤ ਸਾਰੇ ਸਿੱਖ ਮਿਸਲਦਾਰਾਂ ਨੇ ਦਿੱਲੀ ਸ਼ਹਿਰ ਉੱਪਰ ਫਤਿਹ ਹਾਸਲ ਕਰ ਲਈ ਹੈ। ਲਾਲ ਕਿਲੇ ਉੱਪਰ ਖਾਲਸਾਈ ਝੰਡਾ ਲਹਿਰਾ ਦਿੱਤਾ ਗਿਆ ਹੈ। ਲਾਲ ਕਿਲੇ ਦੇ ਅੰਦਰ ਹੀ दीवाने आम सारे सिख जथेदारा ने आम सभा दौरान दर खालसा के बुजुर्ग नेता जथेदार जस्सा सिंह आलूवालिया नूं हिंदुस्तान का सुल्तान घोषित किया गया है। सुनो सुनो Oh,
ਇਹ ਜਿੱਤ ਕਿਸੇ ਇੱਕ ਦੀ ਨਹੀਂ, ਦਲ ਖਾਲਸਾ ਦੀ ਨਹੀਂ, ਸਗੋਂ ਇਹ ਜਿੱਤ ਤਾਂ ਖਾਲਸਾ ਦੇ ਜਨਮਦਾਤਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਹੈ। ਇਹ ਜਿੱਤ ਉਹਨਾਂ ਸਿੰਘਾਂ ਦੀ ਹੈ ਜਿਨ੍ਹਾਂ ਧਰਮ ਦੀ ਖਾਤਰ ਪੰਥ ਕਟਵਾਏ, ਸੂਲੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਚਰਖੜੀਆਂ ਤੇ ਚੜੇ, ਨੇਜ਼ਿਆਂ ਤੇ ਟੰਗੇ ਗਏ, ਪਰ ਸਿਰਨ ਨਹੀਂ ਹਾਰਿਆ। ਇਹ ਜਿੱਤ ਤਾਂ ਗੁਰੂ ਨਾਨਕ ਦੇ ਸਿਧਾਂਤ ਦੀ ਹੈ। ਇਹ ਜਿੱਤ ਤਾਂ ਵਾਹਿਗੁਰੂ ਜੀ ਦੀ ਫਤਿਹ ਹੈ। ਜੀ ਤੇ ਕਰਦਾ ਹੈ ਕਿ ਮੁਗਲਾਈ ਸੰਤਾਨਾਂ ਨਾਲ ਵੀ ਉਹ ਸਲੂਕ ਕੀਤਾ ਜਾਏ ਜੋ ਇਹਨਾਂ ਦੇ ਵੱਡ ਵਡੇਰਿਆਂ ਨੇ ਸਿੱਖ ਕੌਮ ਨਾਲ ਕੀਤਾ ਸੀ। ਪਰ ਖਾਲਸਾਈ ਕਿਰਪਾਨ ਜ਼ੁਲਮ ਕਰਨ ਲਈ ਨਹੀਂ, ਸਗੋਂ ਜ਼ੁਲਮ ਦਾ ਟਾਕਰਾ ਕਰਨ ਲਈ ਬਖਸ਼ੀ ਗਈ ਹੈ। ਬੋਲੇ ਸੋਨਿਹਾ। नवाब अवध एक बात बुलंद, हजूर अंग्रेज जनरल चार्ल्स थॉमस आए, उन्हें पूरे सम्मान के साथ लेकर आओ। जाओ। जो हुक्म नवाब साहब। हेलो मिस्टर नवाब। खुशामदीद थॉमस साहब, खुशामदीद। आपने आने की तकलीफ क्यों की? मुझे बुला लिया होता। बात ही कुछ ऐसा है मिस्टर नवाब, आप शुरू से ही हमारा मित्र है नवाब साहब, इसलिए कंपनी के अफसर आपकी बात सुनना चाहते हैं। जी शुक्रिया जनरल साहब। तुम तो जानता है कि कंपनी बंगाल से दिल्ली की तरफ अपना इलाका बढ़ाना चाहती है, मगर जमुना के आसपास और दिल्ली में ये सिख लोग अपनी ताकत बहुत पक्की कर चुका है। इसलिए कंपनी चाहती है कि आप उनकी तरफ से सिखों पर नजर रखें और सही टाइम आते ही कंपनी को इन्फॉर्म कर दें। सदर नवाजी हुजूर, कंपनी ने मेरे ऊपर जो भरोसा दिखाया है, मैं उस भरोसे को हर हाल में कायम रखूंगा, मगर कंपनी को भी अपना वायदा याद रखना चाहिए, मेरी रियासत की रक्षा करने का वायदा। तुमको क्या लगता है नवाब साहब, ये सिख लोग इधर भी हमला कर सकता? हुजूर, इनका कोई भरोसा नहीं है। इस वक्त हिंदुस्तान में सिख इतने ताकतवर हो चुके हैं कि वो कहीं भी हमला कर सकते हैं। आप देख ही रहे हैं, पूरे पंजाब पर कब्जा करने के बाद दिल्ली, सहारनपुर, नजीबाबाद, देवबंद, मुरादाबाद, चंदूसी, मुजफ्फरनगर, अम्बेटा, नमोदी, मेरठ, जलालाबाद, इटावा, फर्रुखाबाद, हाथरस, कोसगढ़, यानी कि पूरे पंजाब से लेकर जमुना पार तक सिखों के घोड़ों की चाल को रोकने वाला इस वक्त कोई नहीं थॉमस साहब। फिर तो हमको और भी होशियार रहने का जरूरत है। बिल्कुल जनाब। ठीक है, हम कंपनी को कहकर एक प्लाटून इधर भेज देता है तुम्हारी मदद के लिए। जी हुजूर। बाकी तुम होशियार रहना और जैसे भी हो सिखों को यमुना के उस पार रखने की कोशिश करना। ओके, अब हम जाता और अपना एक प्लाटून इधर छोड़कर जाता तुम्हारी मदद के लिए। बहुत अच्छा हुजूर। दीवान जी, दीवान जी। जी नवाब साहब। रियासत के चारों तरफ चौकियां तैनात कर दी जाए, खासकर दिल्ली के आसपास वाले इलाके पर। जरा सी हरकत महसूस हो तो फौरन मुझे खबर करो। जो हुक्म नवाब साहब। एक तरफ सिख चढ़े आ रहे हैं और दूसरी तरफ कोरियन देश, दोनों के बीच गेहूं बनकर रह गए हैं हम। पर हमें हर हाल में अपनी रियासत की सुरक्षा करनी है। हुजूर, मैं तो यही सलाह देवांगा
ਕਿ ਸਿੱਖਾਂ ਨੂੰ ਨਜ਼ਰਾਨਾ ਭੇਟ ਕਰਕੇ ਸਰਪ੍ਰਸਤੀ ਕਬੂਲ ਕਰ ਲੈਣੀ ਚਾਹੀਦੀ ਹੈ। मैं भी यही सोच रहा था दीवान साहब। एक तरफ सिखों को नजराना भेज देते हैं और दूसरी तरफ अंग्रेजों को बोल देंगे कि हमने सिखों को रोक लिया। वाह, क्या तरकीब है नवाब साहब। सरदार जी, ਅਸੀਂ ਦਿੱਲੀ ਦੇ ਮੋਹਤਬਰ ਬ੍ਰਾਹਮਣ ਦਿੱਲੀ ਵਾਸਤੇ ਲੋਕਾਂ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਲੈ ਕੇ ਹਾਜ਼ਰ ਹੋਏ ਹਾਂ। ਇਸ ਨਜ਼ਰਾਨੇ ਦੀ ਕੀ ਲੋੜ ਹੈ ਪੰਡਿਤ ਜੀ? ਅਸੀਂ ਕੋਈ ਲੁਟੇਰੇ ਤਾੜਵੀ ਨਹੀਂ ਜਿਨ੍ਹਾਂ ਕੋਲ ਆਉਣ ਲਈ ਨਜ਼ਰਾਨੇ ਲੈ ਕੇ ਆਉਣਾ ਜ਼ਰੂਰੀ ਹੋਵੇ। ਨਾਲੇ ਮਾਇਆ ਤਾਂ ਅਸੀਂ ਜਿੰਨੀ ਚਾਹੀਏ ਮੁਗਲ ਸੁਲਤਾਨ ਤੋਂ ਵਸੂਲ ਕਰ ਸਕਦੇ ਹਾਂ। ਤੁਸੀਂ ਆਪਣੀ ਗੱਲ ਦੱਸੋ, ਕੋਈ ਤੰਗੀ ਤਕਲੀਫ ਹੈ ਤਾਂ ਬੋਲੋ। ਦਰਅਸਲ ਗੱਲ ਹੋਰ ਹੈ ਸਰਦਾਰ ਜੀ। ਹੋਰ ਕਿਹੜੀ ਗੱਲ ਹੈ? ਅਸਲ ਗੱਲ ਇਹ ਹੈ ਸਰਦਾਰ ਜੀ ਕਿ ਅੱਜ ਦੁਸ਼ਹਿਰੇ ਦਾ ਤਿਉਹਾਰ ਹੈ ਤੇ ਅਸੀਂ ਕਈ ਸਦੀਆਂ ਬਾਅਦ ਅੱਜ ਖੁੱਲ ਕੇ ਬਿਨਾਂ ਕਿਸੇ ਖੌਫ ਦੇ ਤਿਉਹਾਰ ਮਨਾਉਣ ਆਏ ਹਾਂ। ਅਕਾਲ ਪੁਰਖ ਦੀ ਮਿਹਰਬਾਨੀ ਰਹੇ। ਇੱਕ ਦਿਨ ਪੂਰਾ ਹਿੰਦੁਸਤਾਨ ਇਸੇ ਤਰ੍ਹਾਂ ਬੇਖੌਫ ਜ਼ਿੰਦਗੀ ਜੀਵੇਗਾ ਤੇ ਆਪਣੇ ਤਿਉਹਾਰ ਮਨਾਵੇਗਾ। ਸਰਦਾਰ ਜੀ, ਜੋ ਰੋਜ਼ਾਨਾ ਸਾਨੂੰ ਤਿਉਹਾਰ ਮਨਾਉਣ ਲਈ ਮੁਗਲ ਸਰਕਾਰ ਨੂੰ ਦੇਣਾ ਪੈਂਦਾ ਸੀ, ਉਹ ਅਸੀਂ ਆਪ ਦੀ ਸੇਵਾ 'ਚ ਲੈ ਕੇ ਹਾਜ਼ਰ ਹੋਏ। ਓਏ ਚੱਲਿਓ, ਤੁਸੀਂ ਇੰਨੀ ਛੋਟੀ ਜਿਹੀ ਗੱਲ ਨਹੀਂ ਸਮਝ ਸਕੇ? ਕੋਈ ਗਲਤੀ ਹੋ ਗਈ ਜਨਾਬ। ਪਹਿਲਾਂ ਇਹ ਹਰਜ਼ਾਨੇ ਮੁਗਲਾਂ ਨੂੰ ਦਿੰਦੇ ਰਹੇ ਤੇ ਅੱਜ ਸਾਡੇ ਕੋਲ ਲੈ ਕੇ ਆ ਗਏ। ਕੋਈ ਫੇਰ ਸਾਡੇ ਤੇ ਮੁਗਲਾਂ ਵਿੱਚ ਫਰਕ ਕੀ ਹੋਇਆ? ਨਾਲੇ ਤੁਸੀਂ ਕੀ ਸੋਚਦੇ ਹੋ ਕਿ ਇਸ ਤਰ੍ਹਾਂ ਤੁਹਾਡੀ ਤੇ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਜੂਨ ਸੁਧਰ ਜਾਏਗੀ? ਫਿਰ ਕੀ ਕਰੀਏ ਸਰਦਾਰ ਜੀ? ਜ਼ੁਲਮ ਅੱਗੇ ਗੋਡੇ ਟੇਕਣ ਦੀ ਥਾਂ ਜ਼ੁਲਮ ਅੱਗੇ ਅੜਨਾ ਸਿੱਖੋ। ਦਸਮ ਪਾਤਸ਼ਾਹ ਨੇ ਜੋ ਸ਼ਸਤਰ ਧਾਰਨ ਕਰਵਾਏ ਨੇ ਉਹਨਾਂ ਦੀ ਵਰਤੋਂ ਸਿੱਖੋ ਤੇ ਫਿਰ ਦੇਖੋ ਇਹ ਜ਼ਾਲਮ ਕਿੱਥ ਬਚਦੇ ਨੇ। ਤੁਸੀਂ ਠੀਕ ਆਖਿਆ ਸਰਦਾਰ ਜੀ। ਅਸੀਂ ਐਵੇਂ ਹੀ ਅੱਜ ਤੱਕ ਮਿੱਟੀ ਦੇ ਭਾਂਡੇ ਬਣੇ ਹੋਏ ਸਾਂ। ਜ਼ਾਲਮਾਂ ਲਈ ਅੰਨ ਵੀ ਭਰਦੇ ਰਹੇ ਤੇ ਜ਼ਾਲਮ ਜਦੋਂ ਚਾਹੁੰਦੇ ਸਾਨੂੰ ਠੋਕਰ ਮਾਰ ਕੇ ਭੰਨ ਸੁੱਟਦੇ। ਤੁਸੀਂ ਸਾਡੀ ਸੁੱਤੀ ਹੋਈ ਆਤਮਾ ਨੂੰ ਝੰਜੋੜ ਕੇ ਜਗਾ ਦਿੱਤਾ ਹੈ। ਬੁਝ ਰਹੇ ਦੀਵੇ ਦੀ ਲਾਟ ਹੇਠਾਂ ਅਣਮੁੱਲਾ ਤੇਲ ਪਾ ਦਿੱਤਾ ਹੈ। ਅਸੀਂ ਸਭ ਤੋਂ ਪਹਿਲਾ ਕੰਮ ਇਹੋ ਕਰਾਂਗੇ ਕਿ ਆਪਣੀ ਬਿਰਾਦਰੀ ਦੇ ਨੌਜਵਾਨਾਂ ਨੂੰ ਸਿੰਘ ਸਜਣ ਲਈ ਪ੍ਰੇਰਣਾ ਦੇਵਾਂਗੇ ਤੇ ਆਪ ਵੀ ਸ਼ਸਤਰ ਧਾਰਨ ਕਰਕੇ ਜ਼ੁਲਮ ਦਾ ਟਾਕਰਾ ਕਰਾਂਗੇ। ਓਏ ਵਾਹ ਪੰਡਤ ਜੀ ਵਾਹ। ਓਏ ਆ ਕੀਤੀ ਹੈ ਨਾ ਮਰਦਾਂ ਵਾਲੀ ਗੱਲ। ਲਓ ਆ ਸਾਂਭੋ ਆਪਣੀ ਪੇਟਾ ਤੇ ਇਸ ਨੂੰ ਸ਼ਸਤਰ ਖਰੀਦਣ ਲਈ ਖਰਚ ਕਰ ਲੈਣਾ ਤੇ ਜੇ ਹੋ ਸਕਿਆ ਤੇ ਵਾਹਿਗੁਰੂ ਦੇ ਨਾਮ ਤੇ ਕਿਸੇ ਚੰਗੇ ਕਾਰਜ ਤੇ ਲਗਾ ਦੇਣਾ। ਵਾਹਿਗੁਰੂ ਦਾ ਕਾਰਜ ਤਾਂ ਆਪਨੇ ਸ਼ੁਰੂ ਕੀਤਾ ਹੋਇਆ ਹੈ। ਸਾਡੇ ਵੱਲੋਂ ਸੇਵਾ ਸਮਝ ਕੇ ਹਿੱਸਾ ਪਾ ਦੇਣਾ। ਅੱਛਾ ਜੀ, ਹੁਣ ਆਗਿਆ ਦਿਓ। ਵਾਹਿਗੁਰੂ ਭਲੀ ਕਰੇ। ਵਾਹਿਗੁਰੂ ਆਪ ਦੀ ਚੜ੍ਹਤ ਬਣਾਈ ਰੱਖੇ। ਹਜ਼ੂਰ ਬਥੇਰਾ ਸਮਝਾਇਆ ਸੀ ਸੁਲਤਾਨ ਸ਼ਾਹ ਆਲਮ ਨੂੰ ਕਿ ਸਿੱਖ ਸ਼ਕਤੀ ਨਾਲ ਦੋਸਤੀ ਬਣਾ ਕੇ ਰੱਖਣ ਵਿੱਚ ਹੀ ਫਾਇਦਾ ਹੈ। ਸਿੰਘਾਂ ਲਈ ਦਿੱਲੀ ਨੂੰ ਜਿੱਤਣਾ ਕੀ ਔਖਾ, ਪਰ ਕੋਈ ਫਾਇਦਾ ਨਹੀਂ। ਸਿਆਣੇ ਆਖਦੇ ਨੇ ਨਾ ਕਿ ਮੱਛੀ ਪੱਥਰ ਚੱਟ ਕੇ ਗੁੜਦੀ ਹੈ। ਆਹ ਦੇਖ ਲੈ ਹੁਣ ਲਹਿਰਾਂ ਦਾ ਪਿਆ ਨਾ ਕੇਸਰੀ ਲਾਲ ਕਿਲੇ ਉੱਤੇ। ਓਏ ਦਿੱਲੀ ਦਾ ਕੀ ਜਿੱਤਣਾ? ਜਿਵੇਂ ਮਾਰੀਏ ਬਿੱਲੀ ਉਵੇਂ ਜਿੱਤ ਲਈਏ ਦਿੱਲੀ। ਜੇ ਦਿੱਲੀ ਦੀ ਜਿੱਤ ਦਾ ਸਵਾਲ ਹੁੰਦਾ ਤਾਂ ਅਸੀਂ 15 ਵਾਰ ਪਹਿਲਾਂ ਹੀ ਜਿੱਤ ਚੁੱਕੇ ਹੁੰਦੇ। ਇਸ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਅਹਿਦ ਖਾਨ ਨੇ ਆਪਣੇ ਭਰਾ ਅਬਦੁਲ ਕਾਸਿਮ ਨੂੰ ਸਹਾਰਨਪੁਰ ਭੇਜਿਆ ਸੀ, ਮੈਂ ਉਦੋਂ ਹੀ ਵਰਜਿਆ ਸੀ। ਫਿਰ ਜਦੋਂ ਪਟਿਆਲੇ ਨੂੰ ਫੌਜਾਂ ਤੋੜ ਲਈਆਂ, ਉਦੋਂ ਵੀ ਸਮਝਾਇਆ।
भाई बंदा पूछने वाला होवे कि जिस शक्ति का अब्दाली कुछ नहीं बिगाड़ सकिया, जिस ताकत अगे रोहिले मराठे ना आ सकते होण, उस दल खालसा का सामना करने की सोचने भी बेवकूफी है। फिर दिल्ली ने आयास ते कमजोर हाकम केड़े खेल दी मोड़ी होए। हुण अगले लिया बनने ने पूरे 30,000 घोड़े दिल्ली के ऐन विचकार। जिस था दल खालसा दे 30,000 घोड़े बचे ने, अज तो स्थान 30,000 ही आख्या जाएगा। आने वाली नस्लां उस स्थान 30,000 ही आके सत्या करनगे। ए दल खालसा दी दिल्ली ऊपर जित दी निशानी वांग लोकां दी जुबानां उत्ते पीढ़ी दर पीढ़ी चलदी रहेगी। होर ते होर जत्थेदार जी, जदों लोग उस स्थान 30,000 ही आख्या करनगे ना, उदों इन्हां बुजदिगां दी भविख अपने आप खिल्ली उड़ाएगा। भविख कमजोरां दी गल नहीं करदा हुंदा, सगों बहादुरां दी गाथा गाउंदा हुंदा है। बिल्कुल ठीक है हजूर, कि देख लो वड्डे बहादुरां नूं, हुण सब कुछ गवा के लाल किले दे तहखाने विच लुके बैठे ने बेगमानियां कुत्ता पीछे। साडा निशाना कोई राजपाट कायम करना नहीं, साडा टीचा तां मजलूमां दी मदद करना है, लोकां दी जान माल ते पत दी रक्षा करना है अते प्रजा नूं बेगमपुरे दे राज दा सुख देना है। माफ करना हजूर, दिल्ली सल्तनत दा मंत्री होने दे नाते पूछण दा कोई हक ते नहीं रहा, पर खालसा दी दरिया दिली दा कदरदाना। डर ना रामदयाल, खुल के बोल की कहना चाहता है। जत्थेदार जी, मैं तां एहो बेनती करन लई हाजिर होया सा कि हुण सुल्तान दी किस्मत दा की फैसला होएगा। रामदयाल, मैं पहला भी आख चुकिया कि सानू राजपाट कायम करन दा कोई लालच नहीं। असी तां मानवता दी सेवा करन लई शस्त्र धारण कीते ने। बाकी इस दिल्ली शहर ने साडे गुरुआं उन्हां दे सिखां उपर बेअंत जुल्म ढाए ने। इस लई इस शहर नूं केसरी झंडे हेठ लिया के इस दी अड़ पन्नणी जरूरी सी, सो असां पन्न दित्ती। नाले तेरे सुल्तान नूं सबक सिखाउणा भी जरूरी सी। ओ बार-बार वादे करके मुकर जांदा, हर वारी जान बख्शाउण लई हरजाना देना मन है ते साडे निशाने तो परा हुंदे ही लूंबड़ चालां चलणियां शुरू कर दित्तियां। हजूर, गलती मुआफ होवे तां इक अर्ज करना चाहुंदा हां। डर ना, बोल बोल तू जो भी बोलना चाहता है। जनाब, मेरे नाल सुल्तान शाह आलम दी बेगम समरू भी आई हुई है। बेगम समरू? वो किस वास्ते आई? आप दे नाल दिल्ली दे मसले ऊपर गल करना चाहुंदी है। ते हुण मुगलां विच कोई भी मर्द अजिहा नहीं बचिया जिहड़ा साडे सामने आके गल करन दा हिया कर सके। सलवारां तां पहले ही पाई बैठे ने, लगता है हुण चूड़ियां पाउण दा शौक ही पाउण लग पए। गल ओ नहीं जत्थेदार जी। फिर होर केड़ी गल है रामदयाल? जत्थेदार जी, शायद आपको याद नहीं, जदों दल खालसा दी फौज ने मेरठ फतेह कीता सी ना, उदों बेगम समरू दी आपने जान बचाई सी। उदों तो उसने हजूर नूं अपना भरा मन्निया होया ते अज भी उसे हक नाल मिलन आई है। जे भैण बन के आई है ते असी भी भरा बन के दिखावांगे। जबर नवाजी है हजूर, मैं हुणे लेके आया, हुणे आया। जथेदार राय सिंह पंगी जी, दसम पातशाह दा काई दा बूटा पट के उचारिया वचन कि मुगलां दी चढ़ पुट्टी गई वो पूरा हो गया। हाँ जथेदार जी, सच आख्या जी। कल तक जिस दिल्ली दे सुल्तान सिखां दे सिरां दे मुੱਲ पाਉਂਦੇ नहीं थकदे सन, ਅੱਜ ਉਹਨਾਂ ਹੁਕਮਰਾਨਾਂ ਵਿੱਚ ਇੰਨੀ ਵੀ ਹਿੰਮਤ ਨਹੀਂ ਬਚੀ ਕਿ ਉਹ ਸਿਰ ਚੁੱਕ ਕੇ ਗੱਲ ਕਰ ਸਕਣ। राय सिंह जी, एक ख्याल चित्त विच बार-बार आता है। कैसा ख्याल? ख्याल यह है कि दिल्ली दी हिक ऊपर इस जित दे निशान सदा सदा उकरे रहने चाहिए।
ਇਸ ਕਰਕੇ ਇਸ ਜਿੱਤ ਨੂੰ ਗੁਰੂਆਂ, ਕੌਮ ਦੇ ਸ਼ਹੀਦਾਂ, ਸਿੰਘਾਂ ਸਿੰਘਣੀਆਂ ਦੇ ਨਾਮ ਕਰ ਦੇਣਾ ਚਾਹੀਦਾ। ਸਲਾਮ ਅਲੈਕਮ ਭਾਈਜਾਨ। ਆਓ ਭੈਣ ਜੀ, ਵਾਹਿਗੁਰੂ ਮਿਹਰ ਕਰੇ। ਭਾਈਜਾਨ, ਮੈਂ ਜਾਣਦੀ ਹਾਂ ਕਿ ਸਿੱਖ ਕਦੇ ਵੀ ਦਰ ਤੇ ਆਏ ਸਵਾਲੀ ਨੂੰ ਖਾਲੀ ਹੱਥ ਨਹੀਂ ਮੋੜਦੇ। ਇੱਥੋਂ ਤੱਕ ਕਿ 9ਵੇਂ ਗੁਰੂ ਤੇਗ ਬਹਾਦਰ ਜੀ ਨੇ ਸਵਾਲੀ ਆਏ ਕਸ਼ਮੀਰੀ ਪੰਡਤਾਂ ਦੀ ਰੱਖਿਆ ਖਾਤਰ ਆਤਮ ਬਲੀਦਾਨ ਦੇ ਦਿੱਤਾ ਸੀ। ਇਸੇ ਲਈ ਅੱਜ ਮੈਂ ਵੀ ਆਪਣੇ ਭਾਈਜਾਨ ਕੋਲੋਂ ਕੁਝ ਮੰਗਣ ਆਈ ਹਾਂ। ਭਰਾ ਵੀ ਆਖਦੀ ਐ ਤੇ ਝੋਲੀ ਵੀ ਫਲਾਉਂਦੀ ਐ। ਸਿੰਘਾਂ ਦੀਆਂ ਭੈਣਾਂ ਮੰਗਦੀਆਂ ਨਹੀਂ ਹੁੰਦੀਆਂ, ਸਗੋਂ ਤੇ ਆਪਣੇ ਹੱਕ ਲੈਣਾ ਜਾਣਦੀਆਂ। ਬੋਲ, ਕੀ ਚਾਹੀਦਾ ਤੈਨੂੰ? ਪਹਿਲਾਂ ਵਾਅਦਾ ਕਰੋ, ਮੈਨੂੰ ਨਿਰਾਸ਼ ਨਹੀਂ ਮੋੜੋਗੇ। ਜੇ ਭੈਣ ਬਣ ਕੇ ਆਈ ਹੈ ਤਾਂ ਭਰਾ ਦੇ ਭਰੋਸਾ ਰੱਖ। ਬੋਲ, ਕਿਸ ਚੀਜ਼ ਦੀ ਲੋੜ ਹੈ ਤੈਨੂੰ? ਮੈਂ ਭਾਈ ਕੋਲੋਂ ਇਹ ਮੰਗਦੀ ਹਾਂ ਕਿ ਸੁਲਤਾਨ ਸ਼ਾਹ ਆਲਮ ਤੇ ਉਸਦੇ ਸਾਰੇ ਪਰਿਵਾਰ ਦੀ ਜਾਨ ਬਖਸ਼ ਦਿੱਤੀ ਜਾਵੇ। ਜਾ, ਬਖਸ਼ ਦਿੱਤੀ। ਇੱਕ ਗੱਲ ਹੋਰ ਭਾਈਜਾਨ। ਬੋਲ, ਜੋ ਚਾਹੁੰਦੀ ਹੈ ਮੰਗ ਲੈ। ਦੂਸਰਾ ਹੈ ਕਿ ਦਿੱਲੀ ਦਾ ਸੁਲਤਾਨ ਸ਼ਾਹ ਆਲਮ ਨੂੰ ਹੀ ਕਾਇਮ ਰਹਿਣ ਦਿੱਤਾ ਜਾਵੇ। ਮਨ ਦਾ ਵਿਚਾਰ ਸਾਫ਼ ਹੋ ਗਿਆ ਜਥੇਦਾਰ ਜੀ। ਕੋਈ ਗੁਸਤਾਖੀ ਹੋ ਗਈ ਭਾਈਜਾन? हुजूर, इल्तिजा है बेगम साहिबा दी। बाकी आपका फैसला। नहीं रामदयाल, नहीं। जदों बेगम भैन ही मन लई ਤਾਂ ਫਿਰ ਖਾਲੀ ਹੱਥ ਮੋੜਨ ਦਾ ਤੇ ਸਵਾਲ ਹੀ ਨਹੀਂ। ਬਹੁਤ ਬਹੁਤ ਸ਼ੁਕਰੀਆ ਭਾਈਜਾਨ। ਮੈਂ ਆਪਣੇ ਭਾਈਜਾਨ ਦੇ ਲਈ ਕੁਝ ਕਰ ਸਕਦੀ ਹਾਂ? ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਭੈਣੇ। ਵਾਹਿਗੁਰੂ ਦੀ ਸੇਵਾ ਲਈ ਜੋ ਵੀ ਕਰਨਾ ਹੈ ਉਹ ਅਸੀਂ ਆਪ ਹੀ ਕਰ ਲਾਂਗੇ। हुजूर, कोई ਹੋਰ ਹੁਕਮ? ਬਸ ਤੂੰ ਸਾਡੀਆਂ ਸ਼ਰਤਾਂ ਜਾ ਕੇ ਸੁਲਤਾਨ ਨੂੰ ਦੱਸ ਦੇਵੀਂ। ਜੀ ਹੁਜ਼ੂਰ, ਆਪ ਦੀਆਂ ਜੋ ਵੀ ਸ਼ਰਤਾਂ ਨੇ ਸੁਲਤਾਨ ਨੂੰ ਮਨਜ਼ੂਰ ਹੋਣਗੀਆਂ। ਸਾਡੀ ਪਹਿਲੀ ਸ਼ਰਤ ਇਹ ਹੈ ਕਿ ਉਹ ਸਾਰੀਆਂ ਥਾਵਾਂ ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਹੈ, ਉਹਨਾਂ ਥਾਵਾਂ ਦੀ ਸਾਂਭ ਸੰਭਾਲ ਖਾਲਸਾ ਕਰੇਗਾ। ਮਨਜ਼ੂਰ ਭਾਈਜਾਨ। ਉਹਨਾਂ ਥਾਵਾਂ ਉੱਪਰ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਜਾਣਗੀਆਂ ਤੇ ਜਦੋਂ ਤੱਕ ਇਹ ਕਾਰਜ ਸੰਪੂਰਨ ਨਹੀਂ ਹੋ ਜਾਂਦਾ, ਦਿੱਲੀ ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਅਧਿਕਾਰ ਹੇਠ ਰਹੇਗੀ। ਤੀਜੀ ਸ਼ਰਤ ਇਹ ਹੈ ਕਿ ਦਿੱਲੀ ਸ਼ਹਿਰ ਵਿੱਚ ਮਾਲ ਦੀ ਵਿਕਰੀ ਅਤੇ ਚੁੰਗੀ ਵਿੱਚੋਂ 6 ਆਨੇ ਪ੍ਰਤੀ ਰੁਪਈਆ ਦੇ ਹਿਸਾਬ ਨਾਲ ਗੁਰੂਆਂ ਸੰਬੰਧੀ ਯਾਦਗਾਰਾਂ ਦੇ ਨਿਰਮਾਣ ਲਈ ਦਿੱਤਾ ਜਾਵੇ। ਸਤ ਬਚਨ ਹੁਜ਼ੂਰ। ਤੇ ਚੌਥੀ ਸ਼ਰਤ ਇਹ ਕਿ ਜਦੋਂ ਤੱਕ ਇਹਨਾਂ ਯਾਦਗਾਰਾਂ ਅਤੇ ਗੁਰਦੁਆਰਿਆਂ ਦਾ ਨਿਰਮਾਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ 4000 ਸਿੱਖ ਸੈਨਿਕ ਸਾਡੇ ਨਾਲ ਦਿੱਲੀ ਵਿੱਚ ਟਿਕੇ ਰਹਿਣਗੇ ਅਤੇ ਇਹਨਾਂ ਦੀਆਂ ਤਨਖਾਹਾਂ ਸਮੇਤ ਸਾਰਾ ਖਰਚ ਸ਼ਾਹੀ ਖਜ਼ਾਨੇ ਵਿੱਚੋਂ ਦਿੱਤਾ ਜਾਏ। ਤੇ ਯਾਦ ਰਹੇ, ਜਿਸ ਥਾਂ ਤੋਂ ਅਸੀਂ ਦੀਵਾਰ ਬਣ ਕੇ ਅੰਦਰ ਆਏ ਸਾਂ, ਉਸ ਮੋਰੀ ਨੂੰ ਵੀ ਨਾ ਪੂਰਿਆ ਜਾਏ। ਸਭ ਮਨਜ਼ੂਰ ਹੈ ਜਥੇਦਾਰ ਜੀ। ਜਦੋਂ ਤੱਕ ਅਸੀਂ ਅਕਾਲ ਪੁਰਖ ਦੇ ਸੌਂਪੇ ਕਾਰਜ ਨੂੰ ਪੂਰਾ ਕਰਨ ਲਈ ਇੱਥੇ ਹਾਂ, ਲਖਪਤ ਰਾਏ ਸਾਡੇ ਦੂਤ ਵਜੋਂ ਮੁਗਲ ਦਰਬਾਰ ਵਿੱਚ ਤਾਇਨਾਤ ਰਹੇਗਾ ਤੇ ਸੁਲਤਾਨ ਵੱਲੋਂ ਵਾਪਸ ਜਾ ਰਹੀਆਂ ਦਲ ਖਾਲਸਾ ਦੀਆਂ ਫੌਜਾਂ ਨੂੰ 10 ਲੱਖ ਰੁਪਏ ਨਜ਼ਰਾਨੇ ਵਜੋਂ ਦੇਣੇ ਹੋਣਗੇ। ਸਤ ਬਚਨ ਜੀ, ਸਤ ਬਚਨ। ਠੀਕ ਹੈ, ਹੁਣ ਤੁਸੀਂ ਜਾ ਸਕਦੇ ਹੋ। ਸ਼ੁਕਰੀਆ ਭਾਈਜਾਨ। ਅੱਲਾ ਆਪ ਨੂੰ ਸਲਾਮਤ ਰੱਖੇ। ਵਾਹਿਗੁਰੂ ਭਲੀ ਕਰੇ। इस प्रकार उस महान सूरवीर बघेल सिंह ने अपनी गुरु श्रद्धा ਅਤੇ ਕੌਮ ਪ੍ਰਤੀ ਸਮਰਪਿਤ ਹੁੰਦਿਆਂ ਲਾਲ ਕਿਲੇ ਦੇ ਅੰਦਰ ਦੀਵਾਨੇ ਆਮ ਸਜਾਉਣ ਦੀ ਥਾਂ ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਸ਼ਾਹੀ ਮਹਿਲਾਂ ਦਾ ਆਰਾਮ ਗੁਰੂ ਸੇਵਾ ਉੱਪਰ ਨਿਛਾਵਰ ਕਰਕੇ ਗੁਰਧਾਮਾਂ ਦੀ ਉਸਾਰੀ ਕਰਨ ਦਾ ਸਖਤ ਮਿਹਨਤ ਵਾਲਾ ਕਾਰਜ ਆਰੰਭ ਕਰ ਦਿੱਤਾ। ਮਗਰ ਮੁਗਲਾਂ ਨਾਲ ਇੰਨੇ ਸਾਲਾਂ ਦੀ ਜੱਦੋ-ਜਹਿਦ ਤੋਂ ਬਘੇਲ ਸਿੰਘ ਮੁਗਲਾਂ ਦੀ ਨੀਅਤ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਲਈ ਉਸਨੇ ਫੈਸਲਾ ਕੀਤਾ ਕਿ ਜਦੋਂ ਤੱਕ ਦਿੱਲੀ ਸਥਿਤ ਸਾਰੇ ਗੁਰਧਾਮਾਂ ਦੀ ਉਸਾਰੀ ਮੁਕੰਮਲ ਨਹੀਂ ਹੋ ਜਾਂਦੀ, ਉਹ ਦਿੱਲੀ ਵਿੱਚ ਆਪ ਮੌਜੂਦ ਰਹੇਗਾ ਤੇ ਗੁਰਧਾਮਾਂ ਦੀ ਉਸਾਰੀ ਦਾ ਕੰਮ ਆਪਣੀ ਦੇਖ-ਰੇਖ ਤਹਿਤ ਕਰਵਾਏਗਾ। ਇਸ ਕਾਰਜ ਨੂੰ ਪੂਰਾ ਕਰਨ ਲਈ ਅਪ੍ਰੈਲ 1783 ਤੋਂ ਨਵੰਬਰ 1783 ਤੱਕ ਉਹ ਉੱਥੇ ਹੀ ਟਿਕੇ ਰਹੇ। ਜਿੰਨੀ ਦੇਰ ਉਹ ਦਿੱਲੀ ਵਿਖੇ ਰਹੇ, ਪੂਰੀ ਦਿੱਲੀ ਦਾ ਪ੍ਰਬੰਧ ਉਹਨਾਂ ਦੇ ਹੁਕਮ ਅਨੁਸਾਰ ਚੱਲਦਾ ਰਿਹਾ। ਇਹਨਾਂ ਦਿਨਾਂ ਵਿੱਚ ਦਿੱਲੀ ਦੇ ਵਸਨੀਕਾਂ ਵਿੱਚ ਇੱਕ ਗੱਲ ਆਮ ਚਰਚਾ ਦਾ ਵਿਸ਼ਾ ਬਣੀ ਹੋਈ ਸੀ
कि सुल्तान शाह आलम का शासन केवल लाल किले के अंदर ਅਤੇ ਖਾਲਸੇ ਦਾ ਸ਼ਾਸਨ ਪੂਰੀ ਦਿੱਲੀ ਉੱਪਰ ਚੱਲਦਾ ਹੈ। ਇੰਨੇ ਯਤਨ ਕਰਨ ਤੋਂ ਬਾਅਦ ਵੀ ਸਰਦਾਰ ਬਘੇਲ ਸਿੰਘ ਨੂੰ ਉਸ ਸਥਾਨ ਦਾ ਪਤਾ ਨਾ ਲੱਗ ਸਕਿਆ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਆਖਿਰ ਉਸ ਸਥਾਨ ਦੀ ਜਾਣਕਾਰੀ ਉਹਨਾਂ ਨੂੰ ਮਾਤਾ ਸਖਣ ਮਾਈ ਜੀ ਤੋਂ ਪ੍ਰਾਪਤ ਹੋਈ। ਜਥੇਦਾਰ ਜੀ, ਮਾਤਾ ਸਖਣ ਮਾਈ ਜੀ ਆਏ ਨੇ। ਮਾਤਾ ਸਖਣ ਮਾਈ ਜੀ ਆਏ ਨੇ? ਉਹਨਾਂ ਨੂੰ ਪੂਰੇ ਸਤਿਕਾਰ ਨਾਲ ਲੈ ਕੇ ਆਓ। ਜੀ ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ। ਤੁਸੀਂ ਕਿਉਂ ਤਕਲੀਫ ਕੀਤੀ ਮਾਤਾ ਜੀ? ਮੈਨੂੰ ਬੁਲਾ ਲਿਆ। ਜੁਗ ਜੁਗ ਜੀਵੇਂ ਜਵਾਨੀਆਂ ਮਾਣੇ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਪੁੱਤਰ। ਮੈਂ ਤਾਂ ਮਾਤੜ ਗਰੀਬੜੀ ਆ, ਮੇਰੀ ਕੀ ਮਜਾਲ ਕਿ ਏਡੇ ਵੱਡੇ ਜਥੇਦਾਰ ਨੂੰ ਬੁਲਾਵਾ ਕਰ ਸਕਾਂ। ਮਾਤਾ ਜੀ, ਤੁਸੀਂ ਜੋ ਸੇਵਾ ਸਿੱਖ ਕੌਮ ਦੀ ਕੀਤੀ, ਉਸ ਦੇ ਲਈ ਪੰਥ ਸਦਾ ਆਪ ਦਾ ऋणी ਰਹੇਗਾ। ਨਾ ਪੁੱਤਰ ਇੰਜ ਨਾ ਆਖ, ਅਸੀਂ ਨਿਮਾਣੇ ਪੰਥ ਦੇ ਕਿਸ ਕੰਮ ਆ ਸਕਦੇ ਹਾਂ। ਮੈਨੂੰ ਇੰਨੀ ਖੁਸ਼ੀ ਬੜੀ ਏ ਕਿ ਮੇਰੇ ਜਿਉਂਦੇ ਜੀ ਵਾਹਿਗੁਰੂ ਨੇ ਮੈਥੋਂ ਇਹ ਸੇਵਾ ਕਰਵਾ ਦਿੱਤੀ। ਮੇਰਾ ਪਿਓ ਦਿੱਲੀ ਦਾ ਮਾਸ਼ਕੀ ਸੀ, ਸਾਰੀ ਉਮਰ ਉਹ ਇਸੇ ਗੱਲ ਨੂੰ ਲੈ ਕੇ ਝੂਰਦਾ ਰਿਹਾ ਕਿ ਉਸ ਥੜੇ ਦਾ ਕੀ ਹੋਵੇਗਾ, ਉਹਦੀ ਸੰਭਾਲ ਕੌਣ ਕਰੇਗਾ। ਸੱਚ ਪੁੱਛੇ ਤਾਂ ਮੈਨੂੰ ਵੀ ਆਪਣਾ ਅੰਤਲਾ ਸਮਾਂ ਨੇੜੇ ਆਉਂਦਾ ਸੋਚ ਕੇ ਇਹੋ ਚੂਰਾ ਵੱਡ ਵੱਡ ਖਾਣ ਨੂੰ ਪੈਂਦਾ ਸੀ। ਪਰ ਵੇਖ, ਵਾਹਿਗੁਰੂ ਦੀ ਕਿਰਪਾ, ਉਹਨੇ ਤੈਨੂੰ ਕੱਢ ਦਿੱਤਾ। ਇੰਜ ਨਾ ਆਖੋ ਮਾਤਾ ਜੀ। ਜਦੋਂ ਅਕਾਲ ਪੁਰਖ ਨੇ ਜੋ ਇਹ ਸੇਵਾ ਆਪ ਦੇ ਅਤੇ ਆਪ ਦੇ ਪਿਤਾ ਜੀ ਦੇ ਜ਼ਿੰਮੇ ਲਾਈ ਹੋਈ ਸੀ, ਉਹ ਸੇਵਾ ਆਪ ਨੇ ਪੂਰੀ ਕਰ ਦਿੱਤੀ। ਬਾਕੀ ਦੀ ਸੇਵਾ ਮੇਰੇ ਲੇਖੇ ਲਾਈ ਹੋਈ ਹੈ, ਉਹ ਮੈਂ ਪੂਰੀ ਕਰ ਰਿਹਾ। ਠੀਕ ਆਂਦਾ ਹੈ ਪੁੱਤਰ, ਪਰ ਮੈਨੂੰ ਇਹੋ ਖੁਸ਼ੀ ਬਥੇਰੀ ਹੈ ਕਿ ਅੱਜ ਮੇਰੇ ਪਿਓ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ। ਬੜਾ ਤੜਫਿਆ ਉਹ ਸਾਰੀ ਉਮਰ, ਕਦੇ ਕਦੇ ਉਹ ਚੱਲਾ ਹੋਇਆ ਆਖਦਾ, ਸਤਿਗੁਰਾਂ ਦਾ ਉਹ ਲਹੂ ਥੜੇ ਤੋਂ ਧੋਣਾ ਨਹੀਂ ਚਾਹੀਦਾ ਸੀ, ਸਗੋਂ ਥੜੇ ਸਮੇਤ ਸੰਭਾਲ ਕੇ ਰੱਖ ਲੈਣਾ ਚਾਹੀਦਾ ਸੀ। ਮੇਰਾ ਪੇਪਰ ਬਣਾਉਣ ਲੱਗ ਪੈਂਦਾ ਕਿ ਚੰਗਾ ਕੀਤਾ, ਜਲ ਵਿੱਚ ਪ੍ਰਵਾਹ ਹੋ ਕੇ ਧਰਤੀ ਮਾਤਾ ਦੀ ਗੋਦ 'ਚ ਸਮਾ ਗਿਆ। ਨਹੀਂ ਤੇ ਪਾਪੀਆਂ ਨੇ ਕਿਹੜਾ ਕਦਰ ਕਰਨੀ ਸੀ, ਸਗੋਂ ਪੈਰਾਂ ਹੇਠ ਵਡੋ ਦੇਣਾ ਸੀ। ਨੌਵੀਂ ਪਾਤਸ਼ਾਹੀ ਦਾ ਲਹੂ ਜੋ ਧੋਤਾ ਸੀ, ਉਸਨੇ ਸਾਰਾ ਦਿਨ ਦੁਹੱਥਣਾ ਮਾਰ ਮਾਰ ਰੋਂਦਾ ਰਿਹਾ, ਨਾਲੇ ਮਸ਼ਕਾਂ ਭਰ ਥੜੇ ਤੇ ਲਹੂ ਨੂੰ ਧੋਂਦਾ ਰਿਹਾ। ਇਹ ਤੋਂ ਬਾਅਦ ਜਦੋਂ ਵੀ ਉਹਨੂੰ ਚੱਲ ਉੱਠਦਾ, ਮਸ਼ਕ ਭਰ ਕੇ ਤੁਰ ਪੈਂਦਾ ਉਸ ਥੜੇ ਨੂੰ ਧੋਣ ਲਈ। ਕਈ ਵਾਰੀ ਉਹ ਮੈਨੂੰ ਵੀ ਨਾਲ ਲੈ ਕੇ ਗਿਆ ਸੀ, ਉਸਨੇ ਮੈਨੂੰ ਉਹ ਥੜਾ ਦਿਖਾਇਆ, ਨਾਲੇ ਇਹ ਵੀ ਦੱਸਿਆ ਸੀ ਕਿ ਸ਼ਹੀਦੀ ਸਮੇਂ ਗੁਰੂ ਜੀ ਦਾ ਮੁਖ ਪੂਰਬ ਵੱਲ ਸੀ ਤੇ ਉਹਨਾਂ ਦਾ ਸੀਸ ਧੜ ਨਾਲ ਅਲੱਗ ਹੋ ਕੇ ਅੱਗੇ ਵੱਲ ਡਿੱਗਿਆ ਸੀ। ਓਏ ਜ਼ਾਲਮੋ, ਆ ਦੇਖ ਲੋ, ਅੱਜ ਉਸੇ ਮਹਾਨ ਪੁਰਖ ਦੇ ਬੱਚੇ ਆ ਗਏ ਨੇ ਤੁਹਾਡਿਆਂ ਮੋਢਿਆਂ ਤੋਂ ਸਿਰ ਲਾਉਣ ਲਈ। ਪਾਪੀਓ,
ਤੁਸੀਂ ਉਸ ਥਾਂ ਦੀ ਜਾਣਕਾਰੀ ਹੀ ਨਹੀਂ ਦਿੱਤੀ, ਸਗੋਂ ਕੌਮ ਦੀ ਧਰੋਹਰ ਕੌਮ ਦੇ ਸਪੁਰਦ ਕੀਤੀ। ਜੇ ਤੁਸੀਂ ਇਹ ਜਾਣਕਾਰੀ ਸੰਭਾਲ ਕੇ ਨਾ ਰੱਖਦੇ ਤਾਂ ਸ਼ਾਇਦ ਇਸ ਪਵਿੱਤਰ ਸਥਾਨ ਦਾ ਕਦੀ ਪਤਾ ਹੀ ਨਾ ਲੱਗ ਸਕਦਾ। ਇਸ ਲਈ ਕੌਮ ਸਦਾ ਆਪ ਦੀ ऋणी रहेगी। ऋणी तो मैं रहांगी उस कौम ने काम आने ਲਈ, जिस कौम ने हर पल शहीदियां दे जाग पी के जुल्म का सामना किया, जिस कौम ने लोकां दी मरी हुई जमीर नूं हलूना दे के जगाया, दिल कमजोरां नूं तगड़ियां सामने डट के खलोण दा जिगरा बख्शिया। ऋणी तां मैं रवांगी पुत्तर, ऋणी तां मैं रवांगी सदा।